ਸ੍ਰੀ ਵਾਹਿਗੁਰੂ ਜੀ। ਮੁੰਦਾ ਸੰਤੋਖ ਸਰਬਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗ ਜੀਓ। ਸਤਿਗੁਰਾਂ ਦੀ ਮਹਾਨ ਬਖਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਜਪਜੀ ਸਾਹਿਬ ਵਿੱਚ ਹੈ। 28ਵੀਂ ਪੌੜੀ, ਜਿਸ ਦੀ ਵਿਚਾਰ ਅੱਜ ਹੋਣੀ ਹੈ, ਦਾ ਪਾਠ ਜੀ ਨੇ ਸਰਵਣ ਕਰ ਲਿਆ ਹੈ। 27 ਪੌੜੀਆਂ ਹੋ ਚੁੱਕੀਆਂ ਨੇ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਿੱਧਾਂ ਨਾਲ ਉੱਤਰ ਪ੍ਰਸ਼ਨ ਕਰਦਿਆਂ ਹੋਇਆਂ ਇਹ ਅੰਮ੍ਰਿਤਮਈ ਬਾਣੀ ਸਮੇਰ ਪਰਬਤ 'ਤੇ ਉਚਾਰਨ ਕੀਤੀ। ਅਗਲੀਆਂ ਇਸ 4 ਪੌੜੀਆਂ ਵਿੱਚ ਬਿਲਕੁਲ ਸਪਸ਼ਟ ਹੋ ਜਾਂਦਾ ਹੈ। ਪਿੱਛੇ ਕੁਝ ਸੰਕਲਪ ਲੈ ਕੇ ਜੋ ਪ੍ਰਸ਼ਨ ਉਹਨਾਂ ਨੇ ਕੀਤੇ ਨੇ, ਉਹ ਪ੍ਰਸ਼ਨ ਗੁੱਝੇ ਨੇ। ਇਤਿਹਾਸਕ ਤੱਥ ਹੈ ਵੀ ਉੱਥੇ ਆਹ ਪ੍ਰਸ਼ਨ ਕੀਤਾ ਹੈ, ਇੱਥੇ ਆ ਕੇ ਸਾਰੀ ਗੱਲ ਸਪਸ਼ਟ ਹੋ ਜਾਂਦੀ। ਯੋਗੀਆਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਯੋਗ ਦੇ ਚਿੰਨ੍ਹ ਲਿਆ ਰੱਖੇ ਔਰ ਕਿਹਾ, ਜੇ ਤੁਸੀਂ ਸਾਡੇ ਯੋਗ ਦੇ ਚਿੰਨ੍ਹ ਜਿਹੜੇ ਨੇ, ਮੁੰਦਰਾਂ ਨੇ, ਝੋਲੀ ਹੈ, ਖਿੰਥਾ ਕਫਨੀ ਹੈ, ਸਰੀਰ ਦੇ ਉੱਤੇ ਵਿਭੂਤ ਲਾਉਣੀ ਹੈ, ਹੱਥ ਵਿੱਚ ਡੰਡਾ ਰੱਖਣਾ, ਇਹ 4-5 ਚੀਜ਼ਾਂ ਗਣਾਈਆਂ ਉਹਨਾਂ ਨੇ। ਔਰ ਫਿਰ ਆਦੇਸ਼ ਸ਼ਬਦ ਕਹਿਣਾ, ਯੋਗ ਧਾਰਨ ਕਰਨ ਦੇ ਨਾਲ ਤੁਹਾਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਣਗੀਆਂ। ਕੁਝ ਤਾਂ ਤੁਹਾਡੇ ਕੋਲ ਹੈ ਹੀ ਪਹਿਲਾਂ, ਤੁਹਾਡੇ ਲਈ ਬੜਾ ਸੁੱਖ ਹੈ, ਅਤੇ ਫਿਰ ਸਾਰੇ ਸੰਸਾਰ ਨੂੰ ਜਿੱਤ ਲਓਗੇ। ਇਸ ਪ੍ਰਕਾਰ ਦੀ ਵਿਚਾਰ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਦੋਂ ਕਿਹਾ। ਗਰੀਬ ਨਿਵਾਜ ਸਤਿਗੁਰੂ ਨੇ ਕਿਹਾ, ਸਿੱਧੋ, ਜਿਹੜੇ ਤੁਸੀਂ ਯੋਗ ਦੇ ਚਿੰਨ੍ਹ ਦੱਸੇ ਨੇ, ਇਹ ਕਿਸੇ ਗ੍ਰੰਥ 'ਚ ਤਾਂ ਲਿਖੇ ਵੀ ਨਹੀਂ ਹੈ, ਬਲਕਿ ਯੋਗ ਸ਼ਾਸਤਰ ਜਿਹੜਾ ਹੈ ਉਹਦੇ ਵਿੱਚ ਜਿਹੜੇ ਯੋਗ ਦੇ ਚਿੰਨ੍ਹ ਲਿਖੇ ਨੇ, ਉਹਦੇ ਤਾਂ ਯਾਮ, ਨੇਮ, ਆਸਣ, ਪ੍ਰਾਣਾਯਾਮ, ਧਾਰਨਾ, ਧਿਆਨ, ਪ੍ਰਾਤਹਾਰ, ਇਹ ਯੋਗ ਦੇ ਚਿੰਨ੍ਹ ਨੇ। ਅਤੇ ਤੁਸੀਂ ਬਾਹਰਲੇ ਚਿੰਨ੍ਹ ਜਿਹੜੇ ਨੇ ਇਹ ਕਿੱਥੋਂ ਬਣਾ ਲਏ? ਇਹ 8 ਨੇ ਜਿਹੜੇ ਨੇ, ਇਹ ਤੁਸੀਂ ਧਾਰਨ ਨਹੀਂ ਕਰਦੇ। ਅਤੇ ਝੋਲੀ, ਡੰਡਾ, ਇਹ ਤਾਂ ਮੰਗਤੇ ਬਣ ਕੇ ਘਰ ਘਰ 'ਤੇ ਟੁੱਕੜ ਮੰਗਣ ਵਾਲੀ ਗੱਲ ਹੈ। ਜੋਗੀ ਹੋਵਾਂ ਜਗ ਪਵਾਂ, ਕਰ ਕਰ ਭੀਖਿਆ ਲਿਓ, ਦਰਗਹ ਲੇਖਾ ਮੰਗੀਏ ਕਿਸ ਕੇ ਉੱਤਰ ਦਿਓ। ਕਿਸੇ ਇੱਕ ਘਰ ਦਾ ਤਾਂ ਲੈ ਕੇ ਖਾਧਾ ਨਹੀਂ ਹੈ, ਘਰ ਘਰ ਦੇ ਵਿੱਚ ਜਾ ਕੇ ਮੰਗਣਾ। ਫਿਰ ਜਿਨ੍ਹਾਂ ਦੇ ਟੁਕੜ ਖਾਧੇ ਨੇ, ਲੇਖਾ ਨਹੀਂ ਦੇਣਾ ਪਊ ਉਹਨਾਂ ਦਾ। ਇਹ ਕਿਹੜਾ ਯੋਗ ਹੈ ਤੁਹਾਡਾ? ਦਰਗਾਹ ਲੇਖਾ ਮੰਗੀ ਹੈ, ਕਿਹਨੂੰ ਕਿਹਨੂੰ ਉੱਤਰ ਦਿਆਂਗੇ ਉੱਥੇ ਜਾ ਕੇ। ਇਸ ਕਰਕੇ ਮੈਂ ਗ੍ਰਸਤੀ ਚੰਗਾ, ਧਰਮ ਦੀ ਕਿਰਤ ਕਰਨ ਵਾਲਾ ਚੰਗਾ। ਤੁਹਾਡਾ ਯੋਗ ਤਾਂ ਹੈ ਵੀ ਡੰਡ ਕਮੰਡਲ ਮੋਢੇ ਭਾਰ, ਯੋਗ ਨਹੀਂ ਕਰਮਾਂ ਦੀ ਮਾਰ। ਤਾਂ ਕਰਮਾਂ ਦੀ ਮਾਰ ਹੈ, ਐਵੇਂ ਭਾਰ ਚੁੱਕੀ ਫਿਰਦੇ ਹੋ। ਇਹ ਤੁਹਾਡੇ ਜਿਹੜੇ ਬਾਹਰਲੇ ਚਿੰਨ੍ਹ ਨੇ, ਇਹ ਹੈ ਦੁੱਖਨ ਰੂਪ। ਅਸੀਂ ਇਹਨਾਂ ਨੂੰ ਭੂਖਨ ਰੂਪ ਬਣਾ ਲੈਂਦੇ ਹਾਂ। ਸਾਨੂੰ ਨਿਰੰਕਾਰ ਵੱਲੋਂ ਜੋ ਯੋਗ ਪ੍ਰਾਪਤ ਹੋਇਆ ਹੈ, ਅਸੀਂ ਯੋਗੀ ਹਾਂ, ਅਤੇ ਤੁਸੀਂ ਵੀ ਉਹ ਚਿੰਨ੍ਹ ਧਾਰਨ ਕਰੋ ਜਿਹਦੇ ਨਾਲ ਤੁਹਾਡੀ ਵੀ ਕਲਿਆਣ ਹੋ ਜਾਏਗੀ। ਐਸਾ ਯੋਗ ਹੈ। ਕਹਿੰਦੇ ਜੀ ਤੁਹਾਡੀ ਫਿਰ ਮੁੰਦਰਾਂ, ਝੋਲੀ, ਵਿਭੂਤੀ, ਖਪਨੀ, ਡੰਡਾ, ਕਹਿੰਦੇ ਸਭ ਕੁਛ ਹੈ। ਤੁਹਾਡਾ ਪੰਥ, ਕਹਿੰਦੇ ਸਾਡਾ ਪੰਥ ਵੀ ਤੁਹਾਡੇ ਨਾਲੋਂ ਸ੍ਰੇਸ਼ਟ ਹੈ, ਤੁਹਾਡੇ 12 ਪੰਥਾਂ ਨਾਲੋਂ। ਅਸੀਂ ਇੱਕ ਨੂੰ ਇਹ ਆਦੇਸ਼ ਕਰਦੇ ਹਾਂ ਜੋ ਜੁਗਾਂ ਜਗੰਤਰਾਂ ਵਿੱਚ ਆਇਆ ਹੋਇਆ ਹੈ। ਇਹ ਫਿਰ ਮਹਾਰਾਜ ਜੀ ਪੌੜੀ ਉਚਾਰਨ ਕੀਤੀ, ਸੁਣੋ। ਸ੍ਰੀ ਵਾਹਿਗੁਰੂ ਜੀ। ਮੁੰਦਾ ਸੰਤੋਖ ਸਰਬਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਮਹਾਰਾਜ ਕਹਿੰਦੇ ਵੀ ਅਸੀਂ ਜਿਹੜਾ ਮਨ ਰੂਪੀ ਕੰਨ ਦੇ ਵਿੱਚ ਸੰਤੋਖ ਰੂਪੀ ਮੁੰਦਰਾ ਪਾਈ ਹੋਈ ਹੈ, ਮਨ ਜਿਹੜਾ, ਇਹਨੂੰ ਅਸੀਂ ਯੋਗੀ ਬਣਾਇਆ। ਜਿਹੜੇ ਮਨ ਦੇ ਸੰਤੋਖ ਧਾਰਨ ਕੀਤਾ ਹੈ ਨਾ, ਇਹ ਮੁੰਦਰਾ ਪਾਈ ਹੋਈ ਹੈ। ਤੁਹਾਡੇ ਵਾਲੀ ਮੁੰਦਰਾ ਜਿਹੜੀ ਬੇਕਾਰ ਹੈ। ਅਤੇ ਕਹਿਣ ਲੱਗੇ ਜੀ ਫਿਰ ਤੁਹਾਡੇ ਕੋਲ ਚਿੱਪੀ, ਉਹ ਕਿਹੜੀ ਹੈ? ਕਹਿੰਦੇ ਅਸੀਂ ਚਿੱਪੀ ਜਾਂ ਠੂਠੇ ਦੇ ਥਾਂ 'ਤੇ ਨਾ ਸਰਮ ਬੈਰਾਗ ਰੂਪੀ ਪਾਤਰ, ਮਤਲਬ ਜਿਹੜਾ ਹੈ ਜਿਹਦੇ ਤੁਸੀਂ ਭਿੱਖਿਆ ਮੰਗਦੇ ਹੋ, ਖੱਪਰ, ਇਹ ਭਾਂਡਾ ਰੱਖਿਆ ਹੋਇਆ। ਵਿਆਪਕ ਸਰੂਪ ਪਰਮੇਸ਼ਰ ਹੈ ਜਿਹੜਾ, ਉਹਦੇ 'ਚ ਧਿਆਨ ਲਾਉਣਾ ਹੈ।
ਇਹੀ ਸਾਡੀ ਝੋਲੀ ਹੈ। ਉਹ ਕੱਪੜੇ ਦੀ ਮੰਗਣ ਵਾਸਤੇ ਨਾ ਪਿੱਛੇ ਖਾਨਾ ਪਾਇਆ ਹੁੰਦਾ ਹੈ ਵੀ ਆਟਾ ਇੱਕ ਪਾਸੇ ਪਾਈ ਜਾਣਾ, ਜੇ ਕੋਈ ਹੋਰ ਵਸਤੂ ਹੈ ਦੂਏ ਪਾਸੇ ਪਾਣੀ। ਮਹਾਰਾਜ ਸਾਹਿਬ ਜੀ ਕਹਿੰਦੇ ਇਹ ਸਾਡੀ ਝੋਲੀ ਹੈ, ਜਿਹੜਾ ਧਿਆਨ ਪਰਮੇਸ਼ਰ ਦਾ ਕਰਨਾ ਹੈ। ਕੀ ਕਰੇ ਵਿਭੂਤ, ਵਿਭੂਤ ਸੁਆਹ ਮਲ ਕੇ ਕੀ ਕਰਨਾ ਹੈ? ਚੰਗੀ ਭਰੀ ਸ਼ਕਲ ਨੂੰ ਭੈੜੀ ਬਣਾ ਲੈਣਾ। ਤੋ ਇਸ ਕਰਕੇ ਇਹ ਜਿਹੜਾ ਅੰਤਰੀ ਭਾਵ ਦੇ ਵਿੱਚ ਮਹਾਰਾਜ ਨੇ ਇਸ ਪੌੜੀ ਵਿੱਚ ਸਮਝਾਇਆ। ਕਹਿੰਦੇ ਦੇਖੋ ਵਿਭੂਤ ਲਾਉਣ ਦੇ ਵਿੱਚ ਮੈਂ ਸਮਝਦਾ ਕਿ ਯੋਗੀਆਂ ਨੇ ਇਸ ਕਰਕੇ ਆਪਣੇ ਚੇਲਿਆਂ ਨੂੰ, ਨੌਜਵਾਨ ਉਮਰ ਹੁੰਦੀ ਸੀ, ਚੜ੍ਹਦੀ ਜਵਾਨੀ ਹੈ, ਘਰ ਕਰਕੇ ਭਿੱਖਿਆ ਮੰਗਣ ਜਾਣਗੇ ਅਤੇ ਨੌਜਵਾਨ ਬੱਚੀਆਂ ਉਹਨਾਂ ਦੇ ਸਰੂਪ ਦੇ ਉੱਤੇ ਲਵਾਇਮਾਨ ਨਾ ਹੋਣ, ਉਹਨਾਂ ਦੇ ਸਰੂਪ ਨੂੰ ਵਿਗਾੜ ਕੇ ਭੇਜਣਾ। ਫਿਰ ਇਹ ਕਹਿਣਾ ਵੀ ਕਾਕਾ 12 ਸਾਲ ਜੇ ਤੂੰ ਭਿੱਖਾ ਮੰਗਦਾ ਹੋਇਆ ਕਿਸੇ ਇਸਤਰੀ ਦੇ ਸਰੂਪ ਵੱਲ ਨਾ ਤੱਕਿਆ, ਫਿਰ ਤੂੰ ਯੋਗ ਧਾਰਨ ਦੇ ਯੋਗ ਹੈ। ਉਹ ਨਿਯਮ ਤਾਂ ਖਤਮ ਹੋ ਗਏ। ਤੋ ਇਸ ਕਰਕੇ ਮਹਾਰਾਜ ਕਹਿੰਦੇ ਇਹਦੀ ਲੋੜ ਨਹੀਂ ਹੈ। ਅਤੇ ਐਵੇਂ ਸ਼ਕਲ ਵਿਗਾੜ ਲੈਣੀ, ਪਰਮੇਸ਼ਰ ਨੇ ਜਿਹੜੀ ਸ਼ਕਲ ਦਿੱਤੀ ਹੈ ਇਹਨੂੰ ਸਾਫ ਸੁਥਰੀ ਰੱਖੋ। ਸਿੱਧਾਂ ਨੇ ਪ੍ਰਸ਼ਨ ਕੀਤਾ ਕਿ ਮੁੰਦਰਾਂ ਤਾਂ ਦੋ ਹੁੰਦੀਆਂ ਹਨ, ਆਪ ਜੀ ਨੇ ਇੱਕ ਮੁੰਦਰਾਂ ਦਾ ਨਾਮ ਲਿਆ, ਤਾਂ ਸਤਿਗੁਰੂ ਜੀ ਨੇ ਫਰਮਾਇਆ ਕਿ ਅਸੀਂ ਸੰਤੋਖ ਅਤੇ ਸ਼ਰਮ ਦੀਆਂ ਦੋ ਮੁੰਦਰਾਂ ਮਨ ਅਤੇ ਬੁੱਧ ਰੂਪ ਕੰਨਾਂ ਦੇ ਪਾਈਆਂ ਹੋਈਆਂ ਹਨ ਅਤੇ ਵਿਚਾਰ ਦਾ ਪੱਤ ਭਾਂਡਾ ਗ੍ਰਹਿਣ ਕੀਤਾ ਹੈ। ਮੁੰਦਰਾ ਮੋਹਨ ਦਇਆ ਕਰ ਝੋਲੀ, ਪੱਤਰਕਾ ਕਰੋ ਵਿਚਾਰ ਰਹੇ, ਕਬੀਰ ਸਾਹਿਬ ਨੇ ਕਿਹਾ। ਜਿਹੜੀ ਬ੍ਰਹਮ ਵਿਚਾਰ ਕਰਨੀ ਹੈ ਇਹੀ ਸਾਡਾ ਪੱਤ ਕੀ ਹੈ, ਪਾਤਰ ਪਕੜਿਆ ਹੋਇਆ ਹੈ। ਅਤੇ ਜਿਹੜਾ ਤੁਸੀਂ ਝੋਲੀ, ਇਹ ਅਸੀਂ ਸ਼ਰਧਾ ਰੂਪੀ ਝੋਲੀ। ਅਤੇ ਜਿਹੜਾ ਸ਼ਰਧਾਵਾਨ ਹੈ ਜਿਹੜਾ ਉਹ ਗਿਆਨ ਦੀ ਪ੍ਰਾਪਤੀ ਕਰ ਸਕਦਾ ਹੈ। ਸ਼ਰਧਾਵਾਨੰ ਲੱਭਤੇ ਗਿਆਨੰ, ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਕਿਹਾ। ਜਿਵੇਂ ਕਲਰੀ ਜ਼ਮੀਨ ਦੇ ਵਿੱਚ ਜੇ ਬੀਜ ਬੀਜਿਆ ਜਾਵੇ, ਕਲਰ ਖੇਤੀ ਬੀਜੀ ਹੈ ਕਿਉਂ ਲਾਹਾ ਪਾਵੇ। ਕਲਰੀ ਜ਼ਮੀਨ ਉਹ ਹੁੰਦੀ ਹੈ ਜਿਹਦੇ ਵਿੱਚ ਸੋਰਾ ਹੁੰਦਾ ਜ਼ਿਆਦਾ, ਜਿਹਨੂੰ ਰੇਹੀ ਵੀ ਕਹਿੰਦੇ ਆ। ਉਹ ਕਈ ਤਰ੍ਹਾਂ ਦੇ ਉਹਦੇ ਵਿੱਚ ਸੋਰੇ ਹੁੰਦੇ ਨੇ, ਜਿਹੜਾ ਬੀਜ ਦੇ ਵਿੱਚ ਪਾ ਦਈਏ ਬੀਜ ਵਿੱਚੇ ਗਲ ਜਾਂਦਾ, ਪ੍ਰਫੁੱਲਤ ਨਹੀਂ ਹੁੰਦਾ। ਜਿਹੜਾ ਨਿਸ਼ਰਦਕ ਹੈ ਇਹ ਕਲਰੀ ਜ਼ਮੀਨ ਹੈ। ਨਿਸ਼ਰਦਕ ਦੇ ਨਾਮ ਪ੍ਰਫੁੱਲਤ ਨਹੀਂ ਹੋ ਸਕਦਾ, ਸ਼ੁਭ ਗੁਣ ਨਹੀਂ ਹੋ ਸਕਦੇ। ਇਸ ਕਰਕੇ ਜਿਹੜੀ ਗੋਹਿਆਂ ਦੀ ਸੁਆਹ ਕਪੜ ਛਾਣ ਕੀਤੀ, ਉਹਨੂੰ ਵਿਭੂਤ ਲਾ ਲਿਆ, ਵੀ ਇਸ਼ਨਾਨ ਕਰਕੇ ਸਰੀਰ 'ਤੇ ਗਿੱਲੇ ਪਿੰਡੇ ਮਲਦੇ ਵੀ ਸੋਹਾ ਲਹੇ ਨਾ ਚਿੰਬੜ ਜਵੇ ਨਾਲ। ਛਾਣੀ ਖਾਕ ਵਿਭੂਤ ਲਗਾਈ, ਛਾਣੀ ਖਾਕ ਵਿਭੂਤ ਚੜਾਈ, ਮਾਇਆ ਕਾ ਮਗ ਜੋ ਹੈ। ਅਤੇ ਮਾਇਆ ਦੀ ਤਾਂ ਅੰਦਰੋਂ ਪ੍ਰੀਤੀ ਨਹੀਂ ਗਈ। ਸੁਆਹ ਮਲਣ ਦੇ ਨਾਲ ਜੇ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇ, ਜੇ ਇਹਦੇ ਨਾਲ ਯੋਗ ਪ੍ਰਾਪਤ ਹੋ ਜਾਵੇ, ਤਾਂ ਭਾਈ ਖੋਤੇ ਬੜੇ ਲਿਟਦੇ ਹੈ ਸੁਆਹਾਂ ਦੇ ਉੱਤੇ, ਹਾਥੀ ਵੀ ਖੇ ਆਪਣੇ ਪਿੰਡੇ 'ਤੇ ਪਾ ਲੈਂਦਾ ਹੈ। ਮਾਰੇ ਕਹਿੰਦੇ ਵੀ ਫਿਰ ਤੁਸੀਂ ਯੋਗੀ ਮੰਨੋਗੇ ਉਹਨਾਂ ਨੂੰ, ਇਹ ਖੋਤਾ ਵੀ ਯੋਗੀ ਹੋ ਗਿਆ ਕਿਉਂਕਿ ਸੁਆਹ ਤਾਂ ਤੁਹਾਡੇ ਨਾਲੋਂ ਜ਼ਿਆਦਾ ਮਿਲਦਾ ਹੈ ਉਹ। ਤਾਂ ਇਸ ਕਰਕੇ ਇਹ ਗੱਲਾਂ ਨਹੀਂ ਹੈ ਜਿਹੜਾ ਤੁਸੀਂ ਮੈਨੂੰ ਪ੍ਰਮਾਉਣਾ ਚਾਹੁੰਦੇ ਹੋ। ਤੁਸੀਂ ਸਾਰੇ ਪਿੰਡੇ ਦੇ ਰੋਮ ਰੋਮ ਦੇ ਉੱਤੇ ਸੁਆਹ ਮਿਲਦੇ ਹੋ। ਔਰ ਇੱਥੋਂ ਤੱਕ ਸਾਧੂ ਮੈਂ ਦੇਖੇ ਹੈ, ਉਹਨਾਂ ਦੀ ਜ਼ਬਾਨੀ ਸੁਣਿਆ ਹੈ ਕਿ ਮੈਂ ਵਿਭੂਤੀ ਰਮਾਉਂਦਾ ਰਿਹਾ ਬਹੁਤ ਸਾਲ, ਵੀ ਮੇਰੇ ਰੋਮ ਬੰਦ ਹੋ ਗਏ। ਰੋਮ ਬੰਦ ਹੋਣ ਦੇ ਨਾਲ ਸਰੀਰਕ ਬਿਮਾਰੀਆਂ ਪੈਦਾ ਹੋ ਗਈਆਂ, ਅਤੇ ਰੋਮ ਜਿਹੜੇ ਉਹ ਸੁਆਹ ਨੇ ਉੱਪਰੋਂ ਬੰਦ ਕਰ ਦੇਣੇ ਅਤੇ ਪਸੀਨਾ ਆਉਣਾ ਬੰਦ ਹੋ ਗਿਆ। ਇਹਦੇ ਨਾਲ ਬਿਮਾਰੀ, ਜਿਹੜਾ ਪਸੀਨਾ ਅੰਦਰ ਦਾ ਅੰਦਰ ਰਹਿ ਗਿਆ, ਉਹ ਮਹਾਤਮਾ ਜੀ ਕਹਿੰਦੇ ਮੈਨੂੰ ਰੋਗ ਲੱਗ ਗਿਆ। ਤੋ ਇਸ ਕਰਕੇ ਸਾਰੇ ਰੋਮਾਂ ਦੇ ਉੱਤੇ ਤੁਸੀਂ ਵਿਭੂਤੀ ਲਾਉਂਦੇ ਆ, ਅਤੇ ਗੁਰਮੁਖ ਰੋਮ ਰੋਮ ਹਰ ਧਿਆਵੈ, ਇਹੀ ਵਿਭੂਤੀ ਹੈ। ਸਰਮੇ ਦੀਆਂ ਮੁੰਦਰਾਂ ਕਿਹੜੀਆਂ ਨੇ? ਸਰਮੇ ਦੀਆਂ ਮੁੰਦਰਾਂ ਕੰਨੀ ਪਾਏ ਜੋਗੀ, ਖਿੰਥਾ ਕਰ ਤੂੰ ਦਇਆ, ਇਹ ਹੈ। ਸੋ ਅੱਗੇ ਦੱਸਦੇ ਹਨ ਜੀ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਸਾਡੇ ਲਈ ਖਿੰਥਾ ਗੋਦੜੀ ਖਫਨੀ ਜਿਹੜੀ ਪਾਉਂਦੇ ਹੈ, ਕਾਇਆ ਦੇਹੀ ਸਰੀਰ, ਇਹਨੂੰ ਕਾਲ ਰੂਪੀ ਲਾੜੇ ਨੇ ਆਉਣਾ ਵਿਆਹੁਣ ਵਾਸਤੇ। ਅਸੀਂ ਇਹਨੂੰ ਰੱਖਣਾ ਕੁਆਰੀ, ਦੇਹ ਨੂੰ ਕਾਲ ਦੇ ਮੁੜ ਮੁੜ ਕੇ ਪੰਜੇ 'ਚ ਨਹੀਂ ਫਸਣ ਦੇਣਾ।
ਤੇ ਕਾਲ ਰੂਪੀ ਬਰ ਇਸ ਨੂੰ ਵਿਆਹ ਨਾ ਸਕੇ। ਪ੍ਰਤੀਤ ਨਾਮ ਭਰੋਸੇ ਦਾ ਹੈ। ਭਰੋਸੇ ਨਾਲ ਪਰਮੇਸ਼ਰ ਵਾਹਿਗੁਰੂ 'ਚ ਜੁਗਤ ਜੁੜਨਾ, ਇਹੀ ਅਸੀਂ ਡੰਡਾ ਫੜਿਆ ਹੋਇਆ। ਗੁਰੂ ਨਾਨਕ ਸਾਹਿਬ ਨੇ ਇਹ ਵਚਨ ਆਪਣਾ ਪੂਰਾ ਕੀਤਾ। ਤੇ ਅੰਤ ਵੇਲੇ ਕਿਉਂਕਿ ਸਿੱਧਾਂ ਨੂੰ ਵੀ ਸੀ ਇਹ ਵੀ ਕਹਿੰਦੇ ਹੀ ਨੇ ਕਿ ਜਾਂ ਫਿਰ ਇਹ ਪੂਰੇ ਉਤਰਨਗੇ ਇਸ ਗੱਲ 'ਤੇ, ਮਹਾਰਾਜ ਨੇ ਸਣ ਦੇ ਹੀ ਸੱਚਖੰਡ ਪਧਾਰਨਾ ਕੀਤਾ। ਦੇਹ ਨਹੀਂ ਲੱਭੀ ਚਾਦਰਾਂ ਲੱਭੀਆਂ। ਇਹ ਵਚਨ ਪੂਰਾ ਕੀਤਾ। ਖਿੰਤਾ ਕਾਲ ਕੁਆਰੀ ਕਾਇਆ। ਤੇ ਜਦ ਤੱਕ ਕਾਇਆ ਦੇਹੀ ਕੁਆਰੀ ਹੈ, ਭਾਵ ਕਿ ਇਸ ਨੂੰ ਕਾਲ ਰੂਪੀ ਲਾੜਾ ਵਰਦਾ ਨਹੀਂ ਹੈ। ਦੂਸਰਾ ਅਰਥ ਹੈ ਉਹ ਤੋਂ ਪਹਿਲਾਂ ਜੋ ਪਰਮਾਤਮਾ ਦੇਵ ਦੇ ਵਿੱਚ ਜੁੜਨਾ ਹੈ, ਇਹੀ ਸਾਡੀ ਖਿੰਤਾ ਹੈ। ਇਸ ਕਾਇਆ ਕਿ ਇਹ ਦੇਹੀ ਨੂੰ ਕਾਲ ਦੀ ਕੁਆਰੀ, ਗਰਾਸ, ਬੁਰਕੀ, ਇਹ ਬੁਰਕੀ ਦਾ ਨਾਮ ਵੀ ਹੈ ਨਾ, ਇਹ ਸਾਡੇ ਲਈ ਖਿੰਤਾ ਖਪਣੀ ਗੋਦੜੀ ਹੈ। ਪ੍ਰਭੂ ਦੇ ਪ੍ਰਤੀਤ ਭਰੋਸੇ ਵਿੱਚ ਜਾਂ ਜੁਗਤ ਜੁੜਨਾ ਹੈ, ਸਾਡੇ ਲਈ ਇਹੀ ਡੰਡਾ ਹੈ। ਖਿੰਤਾ ਇਹੋ ਤਨ ਸੀਓ ਆਪਣਾ, ਨਾਮ ਕਰੋ ਆਧਾਰ ਰੇ। ਕਬੀਰ ਸਾਹਿਬ ਨੇ ਐਵੇਂ ਨਹੀਂ ਕਿਹਾ। ਫਿਰ ਸਿੱਧ ਪੁੱਛਣ ਲੱਗੇ ਜੀ ਸਾਡੇ ਆਈ ਪੰਥ ਹੈ ਜੋ ਜੋਗੀਆਂ ਦੇ 12 ਪੰਥਾਂ ਵਿੱਚੋਂ ਮੁਖੀ ਹੈ, ਤੇ ਤੁਹਾਡਾ ਕਿਹੜਾ ਪੰਥ ਹੈ, ਉਹਦਾ ਕੀ ਨਾਂ ਹੈ? ਤੁਹਾਡਾ ਵੀ ਕੋਈ ਆਈ ਪੰਥ ਹੈ? ਤਾਂ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ, ਆਹੀ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਇਹ ਸਿੱਧੋ ਸਗਲ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਜਮਾਤੀ ਸੰਗੀ ਸਮਝਣਾ ਹੈ। ਅਸੀਂ ਸਭ ਦੇ ਅੰਦਰ ਜੋਤ ਹੈ ਪਰਮਾਤਮਾ ਦੀ। ਆਈ ਪੰਥੀ, ਆਈ ਪੰਥ ਦੇ ਧਾਰਨੀ ਹੋਣਾ ਹੈ, ਇਹ ਹੈ ਸਾਡਾ ਆਈ ਪੰਥ। ਤੇ ਜਿਹੜਾ ਤੁਸੀਂ ਕਹਿੰਦੇ ਰਿੱਧੀਆਂ ਸਿੱਧੀਆਂ ਨਾਲ ਸੰਸਾਰ ਨੂੰ ਜਿੱਤਣਾ, ਇਹ ਵੀ ਤੁਹਾਡਾ ਖਿਆਲ ਗਲਤ ਹੈ। ਮਨ ਜੀਤੈ, ਮਨ ਨੂੰ ਜਿੱਤਣਾ ਹੀ ਜਗ ਸੰਸਾਰ ਨੂੰ ਜੀਤ ਕੇ ਜਿੱਤਣਾ ਹੈ। ਜਿਹਨੇ ਮਨ ਜਿੱਤ ਲਿਆ, ਸੰਸਾਰ ਜਿੱਤ ਲਿਆ। ਇਹ 12 ਪੰਥਾਂ 'ਚੋਂ ਆਈ ਪੰਥ ਨੂੰ ਸ਼੍ਰੋਮਣੀ ਮੰਨਦੇ ਨੇ। ਇਹਦੀਆਂ 2-3 ਧਾਰਨਾਵਾਂ ਨੇ। ਇੱਕ ਤਾਂ ਜਿਹੜਾ ਆਈ ਸਿੱਧ ਹੋਇਆ ਹੈ, ਉਹ ਪਾਰਵਤੀ ਦਾ ਅਵਤਾਰ ਮੰਨਦੇ ਹੈ। ਇਸ ਕਰਕੇ ਸ਼ਕਤੀ ਦੇ ਉਪਾਸਕ ਹੈ ਯੋਗੀ ਲੋਕ, ਇਹਨੂੰ ਸ਼੍ਰੋਮਣ ਮੰਨਦੇ ਹੈ। ਦੂਸਰਾ ਇਹ ਕਹਿੰਦੇ ਹੈ ਵੀ ਗੋਰਖਨਾਥ ਦੇ ਕੋਲ, ਕਿਉਂਕਿ ਮਹਾਰਾਸ਼ਟਰ ਵਾਲੇ ਪਾਸੇ ਬੰਬੇ ਵਾਲੀ ਸਾਈਡ ਜਾਈਏ ਨਾ, ਉੱਥੇ ਮਾਈ ਨੂੰ ਆਈ ਕਹਿੰਦੇ ਨੇ। ਉਹ ਮਾਈ ਇੱਕ ਆਈ, ਉਹਨੇ ਗੋਰਖਨਾਥ ਦੇ ਉੱਤੇ ਉਹਦਾ ਮਨ ਲਵਾਇਮਾਨ ਹੋਇਆ। ਉਹਨੇ ਕਿਹਾ ਜੀ, ਮੈਂ ਤਰੀਕੇ ਨਾਲ ਕਿਹਾ ਵੀ ਮੈਂ ਤੁਹਾਡੇ ਸਰੀਰ ਦੁਆਰਾ ਪੁੱਤਰ ਪੈਦਾ ਕਰਨਾ ਚਾਹੁੰਦੀ ਹਾਂ। ਕਹਿੰਦਾ ਮਾਤਾ ਮੈਂ ਬਾਲ ਜਤੀ ਹਾਂ, ਤੇਰਾ ਸੰਕਲਪ ਜਿਹੜਾ ਤੂੰ ਪਾਪ ਕਰ ਲਿਆ, ਮੇਰੇ ਤੇ ਸੰਕਲਪ ਕੀਤਾ। ਕਹਿੰਦੀ ਨਹੀਂ ਜੀ, ਮੈਂ ਤਾਂ ਇਹ ਸੀ ਗੱਲ ਬਦਲੀ। ਇਹ ਲੋਕ ਇਹੋ ਜਿਹੇ ਹੁੰਦੇ ਆ, ਵਿਸ਼ਈ ਪੁਰਸ਼ ਵੀ ਗੱਲ ਵੀ ਬਦਲਦੇ ਆ ਨਾ। ਨਹੀਂ ਜੀ, ਮੈਨੂੰ ਤਾਂ ਸੰਤਾਨ ਦੀ ਸੀ, ਤੁਹਾਡੇ ਵਰਗਾ ਪੁੱਤਰ ਮੇਰੀ ਕੁੱਖ ਤੋਂ ਪੈਦਾ ਹੋ ਜਾਵੇ, ਮੇਰਾ ਨਾਂ ਰਹਿ ਜਾਊਗਾ, ਮੇਰੇ ਔਲਾਦ ਨਹੀਂ। ਕਹਿੰਦੇ ਹਾਂ, ਤੇਰਾ ਨਾਂ ਸੰਸਾਰ ਵਿੱਚ ਰੱਖ ਦਿਆਂਗੇ। ਉਹ ਕਿਸ ਤਰ੍ਹਾਂ? ਕਹਿੰਦੇ ਮਾਤਾ ਤੇਰੇ ਨਾਂ ਦਾ ਅਸੀਂ ਇੱਕ ਪੰਥ ਤੋਰਦੇ ਨੇ। ਤੇ ਉਹ ਫਿਰ ਆਈ ਪੰਥ ਜਿਹੜਾ ਹੈ, ਇਹ ਸਾਰਿਆਂ ਤੋਂ ਸ਼੍ਰੋਮਣ ਤਾਂ ਮੰਨਦੇ ਹੈ। ਗੋਰਖਨਾਥ ਨੇ ਤੋਰਿਆ, ਸਿੱਧ ਲੋਕ ਮੁਖੀ ਪੰਥ ਮੰਨਦੇ ਨੇ। ਤੋ ਇਸ ਕਰਕੇ ਫਿਰ ਇਹ ਜੋਗੀ ਪੰਥ ਵਿੱਚ ਸ਼ਕਤੀ ਦੀ ਪੂਜਾ ਕਰਦੇ ਹੈ। ਤੇ ਇੱਧਰ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਜਿਹੜਾ ਤੁਸੀਂ ਮੈਨੂੰ ਇਹ ਕਹਿ ਰਹੇ ਵੀ ਆਈ ਪੰਥ ਤੁਹਾਡੇ 12 ਪੰਥ ਨੇ। ਉਹਨਾਂ 12 ਪੰਥਾਂ ਦੇ ਨਾਂ ਨੇ, ਇੱਕ ਪਹਿਲਾ ਹੇਤ ਪੰਥ, ਦੂਜਾ ਪਾਵਾ ਪੰਥ, ਤੀਜਾ ਆਈ ਪੰਥ, ਚੌਥਾ ਗਮਿਆ ਪੰਥ, ਪੰਜਵਾਂ ਪਾਗਲ ਪੰਥ, ਛੇਵਾਂ ਗੋਪਾਲ ਪੰਥ, ਸੱਤਵਾਂ ਦਾਸ ਪੰਥ, ਤੇ 8ਵਾਂ ਬਨ, 9ਵਾਂ ਕੰਥੜੀ, ਤੇ 10ਵਾਂ ਧੁਜ, 11ਵਾਂ ਚੋਲੀ, ਤੇ 12ਵਾਂ ਰਾਵਲ ਪੰਥ। ਇਹਨਾਂ ਦੇ ਵਿੱਚ ਆਈ ਪੰਥ ਨੂੰ ਵੱਡਾ ਮੰਨਦੇ। ਤੋ ਕਹਿਣ ਲੱਗੇ ਮਹਾਰਾਜ ਸਾਹਿਬ ਵੀ ਉਸ ਪ੍ਰਭੂ ਦੀ ਜੋ ਸਾਰਿਆਂ ਵਿੱਚ ਚੇਤਨ ਸੱਤਾ ਆਈ ਹੋਈ ਹੈ, ਆ ਕੇ ਟਿਕੀ ਹੋਈ ਹੈ। ਬਸ ਇਹ ਸਮਝ ਲਓ ਵੀ ਸਾਡਾ ਆਈ ਪੰਥ, ਅਸੀਂ ਇਹਨੂੰ ਹੀ ਆਈ ਪੰਥ ਮੰਨਦੇ ਹਾਂ ਵੀ ਆਈ ਪਰਮਾਤਮਾ ਦੀ ਜੋਤ ਤੋਂ ਵੱਡੀ ਤਾਂ ਨਹੀਂ ਤੁਹਾਡੀ ਮਾਈ ਜਿਹਦੇ ਨਾਂ ਦੇ ਪੰਥ ਚਲਾਇਆ ਜਾਂ ਪਾਰਵਤੀ। ਇਹੀ ਸਾਡਾ ਆਈ ਪੰਥ ਹੈ। ਸਗਲ ਜਮਾਤੀ ਸਾਰੇ ਜਿੰਨੇ ਸੰਤ ਭਗਤ ਮਹਾਤਮਾ ਰੱਬ ਨੂੰ ਮੰਨਣ ਵਾਲੇ ਕਿਸੇ ਧਰਮ ਦੇ ਹੋਣ, ਇਹ ਸਾਡੀ ਸ੍ਰੇਸ਼ਟ ਜਮਾਤੀ ਕੀ ਇਹ ਜਮਾਤ ਹੈ। ਤੁਹਾਡੇ ਨਾਲੋਂ ਸ੍ਰੇਸ਼ਟ ਹੈ ਜਮਾਤ, ਸਾਡੇ ਵਿਤਕਰਾ ਨਹੀਂ। ਸਾਰੇ ਸਤਸੰਗੀ
ਸਾਰੇ ਸ਼ੁਭ ਗੁਣ ਇਹ ਸਾਡੇ ਜਮਾਤੀ ਨੇ। ਮਨ ਜੀਤੈ, ਮਨ ਨੂੰ ਜਿੱਤਣਾ ਹੀ ਸਾਡੇ ਲਈ ਸੰਸਾਰ ਨੂੰ ਜਿੱਤਣਾ ਹੈ। ਇਹੀ ਜਿੱਤ ਪ੍ਰਾਪਤ ਕਰਨੀ ਹੈ। ਮਨ ਨੂੰ ਜਿੱਤਣਾ ਸਾਰਿਆਂ ਤੋਂ ਵੱਡੀ ਔਖੀ ਜਿੱਤ ਹੈ। ਇਹ ਜਿੱਤ ਨਹੀਂ ਛੇਤੀ ਪ੍ਰਾਪਤ ਹੁੰਦੀ। ਮਨ ਜਿੱਤਣ ਦੇ ਪ੍ਰਥਾਏ ਬੜੇ ਪ੍ਰਮਾਣ। ਜਿਨ ਗੁਰ ਪ੍ਰਸਾਦ ਦੀ ਮਨ ਜੀਤਿਆ, ਜਗ ਤਿਨਹਿ ਜਤਾਨਾ। ਸੰਸਾਰ ਨੂੰ ਉਹ ਜਿੱਤੂਗਾ ਭਾਈ। ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਇ। ਗਿਆਨੀਆਂ ਨੇ ਸੰਸਾਰ ਨੂੰ ਕਿਵੇਂ ਜਿੱਤਿਆ? ਮਨ ਨੂੰ ਜਿੱਤਿਆ। ਤੇ ਮਹਾਰਾਜ ਸਾਹਿਬ ਜੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਫਰਮਾਨ ਕਰਦੇ ਨੇ, ਹਾਥ ਹਲਾਏ ਸੁਰਗ ਨਾ ਜਾਹੂ, ਜੋ ਮਨ ਜੀਤ ਸਕਾ ਨਹੀਂ ਕਾਹੂ। ਆਪਨੋ ਮਨ ਕਰਮੋ ਜੇ ਆਨਾ, ਪਾਰ ਬ੍ਰਹਮ ਕੋ ਤਿਨੀ ਪਛਾਨਾ। ਉਹਨਾਂ ਨੇ ਪਛਾਣਿਆ। ਗੁਰਮਤਿ ਮਨ ਸਮਝਾਏ ਕੇ ਬਾਹਰ ਜਾਂਦਾ ਬਰਜ ਰਹਾਇਆ। ਤੇ ਭਰਤਰੀ ਮਹਾਰਾਜ ਨੇ, ਯੋਗੀ ਜੀ ਨੇ ਕਿਹਾ, ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ। ਇੱਕੋ ਪੰਕਤੀ ਦੋ ਵਾਰ ਕਹੀ। ਜੇ ਮਨ ਰੂਪੀ ਦੁਸ਼ਮਣ ਜਿਉਂਦਾ ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਜਿਉਂਦੇ ਨੇ। ਜੇ ਮਨ ਰੂਪੀ ਦੁਸ਼ਮਣ ਜਿੱਤਿਆ ਗਿਆ ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਵੀ ਜਿੱਤੇ ਗਏ। ਅਸਾਵਰੀਆਂ ਦੇ ਅੰਦਰ ਗ੍ਰੰਥ ਹੈ, ਉਹਦੇ 'ਚ ਲਿਖਿਆ ਕਿ ਮਨ ਮਾਰਨੇ ਅਤ ਕਰ ਬਹੁ ਔਖਾ, ਕੋਈ ਬਿਰਲਾ ਮਨ ਕੋ ਮਾਰੇ। ਰਾਵਣ ਕਾ ਜੇ ਜੇਠਾ ਭਾਈ, ਰਾਖਤ ਸੀਸ ਅਪਾਰਿਓ। ਤੇ ਦੱਸੇ ਜੀ ਕਹਿੰਦੇ ਤਸੀਰ ਸਿਰਾਂ ਦਾ ਅੰਤ ਹੀ ਨਹੀਂ, ਕਲਪਨਾ ਰੂਪ ਕਿੰਨੇ ਕੁ ਸਿਰ ਰੱਖਦਾ। ਇੱਕ ਮਹਾਤਮਾ ਵੈਦਿਕ ਦਾ ਕੰਮ ਜਾਣਦੇ ਸੀ। ਇਹੋ ਜਿਹੇ ਦ੍ਰਿਸ਼ਟਾਂਤ ਭਾਵੇਂ ਕਲਪਿਤ ਹੋਣ, ਪਰ ਉਹਨਾਂ ਦਾ ਸਿਧਾਂਤ ਸੱਚ ਰੂਪ 'ਚ ਹੁੰਦਾ ਹੈ। ਕੋਈ ਦਵਾਈ ਬਣਾਉਣੀ ਸੀ ਚਮੜੀ ਦੇ ਰੋਗ ਵਾਸਤੇ, ਉਹਨਾਂ ਨੂੰ ਪਤਾ ਸੀ। ਉਹਨੇ ਕਿਹਾ ਵੀ ਡੱਡੂ ਦੀ ਖੱਲ ਇਹਦੇ 'ਚ ਕੰਮ ਕਰਦੀ ਹੈ, ਪਰ ਮੈਂ ਜੀਵ ਹਿੰਸਾ ਨਹੀਂ ਕਰਨੀ। ਮੌਸਮ ਆਈ ਜਿਹਦੇ ਛੱਪੜਾਂ ਦਾ ਪਾਣੀ ਸੁੱਕ ਗਿਆ, ਡੱਡੂ ਮਰਿਆ ਹੋਇਆ ਸੁੱਕਾ ਚੁੱਕ ਲਿਆਂਦਾ, ਐਨ ਸੁੱਕੇ ਹੋਏ ਡੱਡੂ ਨੂੰ ਪੀਸ ਕੇ ਉਹਦੀ ਪੁੜੀ ਬਣਾ ਕੇ ਰੱਖ ਦਿੱਤੀ। ਸਮਾਂ ਪਾ ਕੇ ਦਵਾਈ ਤਿਆਰ ਕਰਾਂਗੇ। ਉਧਰੋਂ ਵਰਖਾ ਰੁੱਤ ਆ ਗਈ, ਕਿਤੇ ਪੁੜੀ ਰੱਖ ਕੇ ਭੁੱਲ ਗਿਆ। ਬੋਰੀ ਦੇ ਹੇਠ ਰੱਖੀ ਸੀ, ਹੇਠਾਂ ਧਰਤੀ ਨੂੰ ਸਿੱਲ ਚੜ੍ਹ ਗਈ। ਉਹਦੇ ਜਿਹੜੇ ਡੱਡੂ ਦੇ ਜਿਸਮ ਦੇ ਵਿੱਚ ਪੀਸੇ ਹੋਏ ਦੇ ਵਿੱਚ ਉਹਦੀ ਅੰਸ਼ ਜਿਹੜੀ ਹੈ, ਉਹਦੇ ਵਿੱਚ ਉਹ ਸਿੱਲ ਦੇ ਨਾਲ ਛੋਟੀਆਂ ਛੋਟੀਆਂ ਡੱਡੀਆਂ ਪੈਦਾ ਹੋ ਗਈਆਂ। ਜੀਨਸ ਉਹਦੇ ਵਿੱਚ ਹੁੰਦੇ ਨੇ, ਤੇ ਉਹ ਪੈਦਾ ਹੋ ਗਏ। ਇੱਕ ਦੇ ਥਾਂ 'ਤੇ ਕਿੰਨੇ ਡੱਡੀਆਂ ਪੈਦਾ ਹੋ ਗਈਆਂ। ਉਹ ਜਦ ਉਹਨੇ ਦੇਖਿਆ ਆਸਣ 'ਤੇ ਡੱਡੀਆਂ ਕਿੱਥੋਂ ਨਿਕਲਦੀਆਂ ਨੇ, ਕਹਿੰਦਾ ਹੱਦ ਹੋ ਗਈ। ਪੀਸੇ ਹੋਏ ਡੱਡੂ ਨੂੰ ਮੁੜ ਕੇ ਇੰਨੇ ਰੂਪਾਂ ਦੇ ਵਿੱਚ ਜਿਉਂਦਾ ਹੋ ਗਿਆ। ਉਸ ਵੇਲੇ ਫਿਰ ਉਹਨੇ ਆਪਣੇ ਮਨ ਦੇ ਪ੍ਰਥਾਏ ਇੱਕ ਗੱਲ ਕਹੀ। ਨਾਰਾਇਣ ਹਰੀ ਉਪਦੇਸ਼ ਦੇ ਵਿੱਚ ਲਿਖਿਆ ਹੋਇਆ, ਕਹਿੰਦਾ ਮਹਾਤਮਾ ਕਹਿੰਦਾ, ਮੈਂ ਜਾਣਿਓ ਮਨ ਮਰ ਗਇਓ, ਮਨ ਤੋਂ ਮਰਿਓ ਨਾਹੇ। ਕੁਸੰਗਤ ਵਰਕਾ ਹੋਣ ਤੇ ਬਹੁਰ ਹਰੋ ਹੋਏ ਜਾਏ। ਕਹਿੰਦਾ ਮਤਾਂ ਸਮਝਿਓ ਵੀ ਮਨ ਮਰ ਗਿਆ। ਕਹਿੰਦਾ ਮੈਂ ਵੀ ਸਮਝ ਲਿਆ ਸੀ ਡੱਡੂ ਮਰ ਗਿਆ। ਉਹਨੇ ਆਪਣੇ ਮਨ ਨੂੰ ਕਿਹਾ, ਮਨ ਰੂਪੀ ਡੱਡੂ ਜਿਹੜਾ ਹੈ, ਕਹਿੰਦੇ ਜੇ ਸਮਝ ਲਓ ਵੀ ਮਰ ਗਿਆ ਹੁਣ ਇਹ, ਜੇ ਕਿਸੇ ਕੁਸੰਗਤ ਰੂਪ ਬੱਦਲ ਵਿਸ਼ਿਆਂ ਦੀਆਂ ਗੱਲਾਂ ਰੂਪ ਕੰਨਾਂ ਦੇ ਵਿੱਚ ਮੀਂਹ ਪੈਣ ਲੱਗ ਜਾਏ, ਕਹਿੰਦੇ ਮਰਿਆ ਹੋਇਆ ਮਨ ਵਿਸ਼ਿਆਂ ਦੇ ਫਿਰ ਜਿਉਂਦਾ ਹੋ ਜਾਂਦਾ ਹੈ, ਫਿਰ ਵਿਸ਼ੇ ਉੱਠ ਖੜਦੇ ਨੇ। ਇਸ ਕਰਕੇ ਮਨ ਨੂੰ ਮਾਰਨਾ ਸੌਖੀ ਜੀ ਬਾਤ ਨਹੀਂ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਉਹਨੂੰ ਚੇਤੇ ਕਰਾਇਆ, ਗੋਰਖਨਾਥ ਆ ਤੇਰਾ ਗੁਰੂ ਮਛੰਦਰਨਾਥ ਬੈਠਾ ਹੈ, ਕੀ ਇਹ ਭਾਣਾ ਨਹੀਂ ਵਰਤਿਆ ਵੀ ਵਿਸ਼ਿਆਂ ਦਾ ਸਤਾਇਆ ਹੋਇਆ ਆਪਣੀ ਦੇਹ ਨੂੰ ਬਰਫਾਂ 'ਚ ਛੱਡ ਕੇ ਸੰਗਲਾਦੀਪ ਪਹੁੰਚਿਆ। ਅਮਰੂ ਰਾਜੇ ਮਰੇ ਹੋਏ ਦੀ ਪਰ ਕਾਇਆ ਪ੍ਰਵੇਸ਼ ਸਿੱਧੀ ਜੀ ਦੁਆਰਾ ਉਹਦੇ 'ਚ ਪ੍ਰਵੇਸ਼ ਕੀਤਾ। ਉਹਨਾਂ ਨੂੰ ਹੋਇਆ ਵੀ ਰਾਜਾ ਜਿਉਂਦਾ ਹੋ ਗਿਆ, ਪ੍ਰਜਾ ਨੂੰ ਵੀ ਭੁਲੇਖਾ ਸ਼ਕਲ ਉਹੀ ਸੀ। ਪਦਮਣੀਆਂ ਦੇ ਸੁੱਖ ਭੋਗੇ, 2 ਬੱਚੇ ਪੈਦਾ ਕੀਤੇ। ਕੀ ਗੋਰਖਨਾਥ ਜਦੋਂ ਤੈਨੂੰ ਮਿਹਣਾ ਸਰੀਕਾਂ ਵੱਲੋਂ ਵਜਿਆ, ਬਾਲ ਗੁੰਦਾਈ ਨੇ ਤੈਨੂੰ ਕਿਹਾ ਤੂੰ ਜਤੀ ਸਦਾਉਣਾ, ਤੇਰਾ ਗੁਰੂ ਤਾਂ ਘਰ ਵਾਰੀ ਬਣਿਆ ਬੈਠਾ ਹੈ। ਇਹਨਾਂ ਦਾ ਸਰੀਕਾ ਸੀ ਬਾਲ ਗੁੰਦਾਈ ਦੇ ਨਾਲ, ਸਿੱਧਾਂ 'ਚ ਹੁੰਦੇ ਨੇ। ਫਿਰ ਤੂੰ ਜਾ ਕੇ, ਉਹਨੇ ਰਾਜਾ ਬਣ ਕੇ ਕਿਹਾ ਸੀ ਕੋਈ ਜੋਗੀ ਕੰਨਪਾਟਾ ਮੇਰੇ ਰਾਜ ਦੇ ਅੰਦਰ ਦਖਲ ਨਾ ਹੋਵੇ, ਪਹਿਰਾ ਰੱਖਿਆ ਸੀ। ਇਹ ਲੁਕੋ ਕੇ ਮੁੰਦਰਾਂ ਫਿਰ ਤੂੰ ਜਾ ਕੇ ਜੋੜੀ ਵਜਾਉਣ ਵਾਲੇ ਦਾ ਚੇਲਾ ਬਣਿਆ। ਇੱਕ ਦਿਨ ਉਹ ਢਿੱਲਾ ਹੋਇਆ, ਤੂੰ ਉੱਥੇ ਜਾ ਕੇ ਛਾਪ ਲਾਈ, ਜਾਕ ਮਛੰਦਰਾ ਗੋਰਖ ਆਇਓ। ਤੂੰ ਆਪਣੇ ਗੁਰੂ ਨੂੰ ਉੱਥੋਂ ਕੱਢ ਕੇ ਲਿਆਇਆ। ਤੇ ਕੀ ਮਨ ਮਰ ਗਿਆ ਫਿਰ ਤੁਹਾਡਾ ਜੋਗ ਧਾਰਨ ਕਰਕੇ? ਆ ਤਾਂ ਸਾਹਮਣੇ ਪ੍ਰਤੱਖਾ ਬੈਠਾ ਮਛੰਦਰਨਾਥ।
ਮਹਾਰਾਜ ਨੇ ਉਪਦੇਸ਼ ਦਿੱਤਾ, ਤੂੰ ਮੇਰੇ ਚਰਨਾਂ 'ਚ ਲਿਆ ਕੇ ਪਾਇਆ, ਸੁਣ ਮਛੰਦਰਾ ਨਾਨਕ ਬੋਲੇ, ਬਸਕਤ ਪੰਚ ਕਰੇ ਨਹੀਂ ਡੋਲੇ। ਇਹ ਯੋਗ ਹੈ ਅਸਲੀ। ਮਹਾਰਾਜ ਕਹਿੰਦੇ ਮਨ ਨੂੰ ਜਿੱਤਣਾ, ਤੇ ਮਨ ਨੂੰ ਜਿੱਤਣ ਵਾਲੇ ਰਹੇਲਿਆਂ ਦਾ ਰਾਜਾ ਪਾਰਸਨਾਥ ਹੋ ਸ਼ਿਵ ਜੀ ਦਾ ਅਵਤਾਰ ਮੰਨਿਆ। ਸੰਨਿਆਸ ਮਤ ਸਤਿਆਨਾਸ਼ ਕਰਤਾ ਸੀ ਉਸਨੇ, ਦਸਮ ਗਰਾਂ 'ਚ ਬਹੁਤ ਬੜਾ ਪ੍ਰਸੰਗ ਹੈ। ਤੇ ਉਸ ਨੇ ਮਨ ਨੂੰ ਜਿੱਤਣ ਵਾਸਤੇ ਜਦੋਂ ਗਿਆਨਦੇਵ ਨੇ ਦੱਸਿਆ ਸੀ ਵੀ ਕੋਈ ਰਾਜਾ ਹੈ ਜਿਹੜਾ ਤੂੰ ਜਿੱਤ ਨਹੀਂ ਸਕਿਆ, ਤੂੰ ਉਨੀ ਦੇਰ ਤੱਕ ਇਹ ਨਹੀਂ ਕਰ ਸਕਦਾ। ਆਹ ਜੱਗ ਉਦੋਂ ਹੋ ਸਕਦਾ ਹੈ, ਰਾਜਸੂਆ ਜੱਗ, ਜਦੋਂ ਸਾਰੇ ਹੀ ਜਿੱਤੇ ਜਾਣ। ਇਹ ਅੰਤਰੀ ਭਾਵ ਦੇ ਵਿੱਚ ਫਿਰ ਸਮਝਾਇਆ ਕਿ ਉਹ ਕੌਣ ਹੈ। ਕਹਿੰਦੇ ਇਹ ਦੁਸ਼ਮਣ ਦੋ ਨੇ, ਇੱਕ ਅਗਿਆਨ ਸਹਿਤ ਮਨ ਹੈ, ਇੱਕ ਮਨ ਹੈ, ਇੱਕ ਅਗਿਆਨ ਹੈ। ਤੇ ਫਿਰ ਇਹ ਜਾ ਕੇ ਕਟਾਕਸ਼ ਤੀਰਥ ਦੇ ਉੱਤੇ ਸੜ ਕੇ ਮਰ ਗਿਆ ਸੀ ਚਿਖਾ ਬਣਾ ਕੇ, ਪਰ ਮਨ ਨਹੀਂ ਜਿੱਤ ਸਕਿਆ। ਤੇ ਐਸਾ ਜਿਹੜਾ ਮਨ ਹੈ, ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਮਨ ਬਸ 'ਚ ਨਹੀਂ ਆ ਸਕਦਾ ਹੈ। ਇਸੇ ਦਿਨ ਕਿਹਾ ਜੀ ਅਸੀਂ ਸਵੇਰੇ ਉੱਠ ਕੇ ਗੋਰਖਨਾਥ ਨੂੰ ਨਮਸਕਾਰ ਕਰਦੇ ਹਾਂ, ਤੇ ਤੁਸੀਂ ਕਿਸੇ ਨੂੰ ਨਮਸਕਾਰ ਕਰਦੇ ਹੋ। ਉੱਤਰ ਦੇ ਵਿੱਚ ਮਹਾਰਾਜ ਫਰਮਾਉਂਦੇ ਨੇ, ਆਦੇਸ਼ ਤਿਸੈ ਆਦੇਸ਼। ਕਹਿੰਦੇ ਸਿੱਧੋ ਤੁਸੀਂ ਤਾਂ ਦੇਹ ਦੀ ਨਮਸਕਾਰ ਕਰਦੇ ਹੋ, ਚਲੋ ਤੁਹਾਡਾ ਗੁਰੂ ਹੈ, ਮੈਂ ਇਹਦਾ ਖੰਡਨ ਵੀ ਨਹੀਂ ਕਰਦਾ, ਮਰਜ਼ਾਦਾ ਹੈ। ਪਰ ਅਸੀਂ ਆਦੇਸ਼ ਹੈ ਨਮਸਕਾਰ ਦਾ ਨਾਮ। ਕਹਿੰਦੇ ਸਾਡੀ ਨਮਸਕਾਰ ਹਰ ਰੋਜ਼ ਆਦੇਸ਼ ਤਿਸ ਉਸ ਪ੍ਰਭੂ ਨੂੰ ਆਦੇਸ਼ ਨਮਸਕਾਰ ਹੈ। ਨਮਸਕਾਰ ਹੈ ਮਨ ਕਰਕੇ ਵੀ, ਬਾਣੀ ਕਰਕੇ ਵੀ। ਜੋ ਪ੍ਰਭੂ ਆਦੇਸ਼ ਆਕ ਜਮਾ ਦੇਸ਼, ਦੇਸ਼ ਭੇਦ ਤੋਂ ਆ ਨਾ ਮੈਂ ਰਹਿਤ ਦਾ, ਤੇਸੇ ਉਸ ਨੂੰ ਸਾਡੀ ਆਦੇਸ਼ ਨਮਸਕਾਰ ਹੈ। ਆਦੇਸ਼ ਜੋ ਦੇਸ਼ ਅੰਗਾਂ ਤੋਂ ਆ ਕੇ ਰਹਿਤ ਹੈ, ਤੇਸੇ ਉਸ ਨੂੰ ਸਾਡੀ ਆਦੇਸ਼ ਨਮਸਕਾਰ ਹੈ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਏਸ। ਜੋ ਪਰਮੇਸ਼ਰ ਸੰਸਾਰ ਦਾ ਆਦ ਮੁੱਢ ਰੂਪ ਹੈ, ਅਨੀਲ ਜੋ ਨੀਲ ਆਦ ਗਿਣਤੀ ਤੋਂ ਆ ਕੇ ਹੀ ਰਹਿਤ ਹੈ। ਅਨੀਲ ਆੜੇ ਨੂੰ ਵੱਖਰਾ ਕਰ ਲਈਏ, ਨੀਲ ਨੀਲੇ ਆਦਿਕ ਰੰਗਾਂ ਤੋਂ ਵੀ ਆ ਰਹਿਤ ਹੈ। ਜੋ ਨੀਲ ਕਲੰਕ ਦਾ ਨਾਮ ਹੈ, ਆ ਰਹਿਤ ਹੈ, ਕਲੰਕ ਤੋਂ ਵੀ ਰਹਿਤ ਹੈ। ਨੀਲ ਝੂਠ ਨੂੰ ਵੀ ਕਹਿੰਦੇ, ਝੂਠ ਤੋਂ ਰਹਿਤ ਹੈ, ਸਤ ਸਰੂਪ ਹੈ। ਨੀਲ ਅਪਵਿੱਤਰਤਾ ਦਾ ਵਾਚਕ ਸ਼ਬਦ ਵੀ ਹੈ। ਅਸ਼ੁੱਧੀਤਾ, ਅਸ਼ੁੱਧੀ ਤੋਂ ਰਹਿਤ ਹੈ, ਸ਼ੁੱਧ ਹੈ। ਨੀਲ ਨਿਗਣੇ ਤੋਂ ਰਹਿਤ ਹੈ। ਨੀਲ ਨੀਲੇ ਆਕਾਸ਼ ਆਦਿਕ ਤੱਤਾਂ ਤੋਂ ਰਹਿਤ ਹੈ। ਨੀਲ ਮਾਇਆ ਦਾ ਨਾਮ ਹੈ, ਮਾਇਆ ਦੀ ਕਾਲਕਸ ਤੋਂ ਰਹਿਤ ਹੈ। ਜੋ ਨੀਲ ਅਵਿਦਿਆ ਤੋਂ ਰਹਿਤ ਹੈ। ਅਨਾਦ ਅਨ ਜਮਾ ਆਦ, ਜੋ ਆਦ ਮੁੱਢ ਤੋਂ ਅਨ ਰਹਿਤ ਹੈ, ਉਹ ਪ੍ਰਭੂ ਦਾ ਕੋਈ ਆਦ ਅੰਤ ਨਹੀਂ, ਅਨੀਲ ਹੈ, ਅਨਾਦ ਹੈ। ਐਸਾ ਪਰਮੇਸ਼ਰ ਵਾਹਿਗੁਰੂ ਹੈ। ਅਨਾਦ ਅਨ ਜਮਾ ਆਦ, ਅਨ ਹੋਰ ਦਾ ਭਾਵ ਆਦ ਮੁੱਢ, ਸੰਸਾਰ ਦਾ ਮੁੱਢ ਤਾਂ ਹੈ। ਅਨਾਦ ਨਾਦ, ਜੋ ਨਾਦ ਨਾਦੀ ਭਾਵ ਤੋਂ ਆ ਕੇ ਰਹਿਤ ਹੈ। ਇੱਕ ਨਾਦੀ ਵੰਸ ਹੁੰਦੀ ਹੈ, ਇੱਕ ਬਿੰਦੀ ਵੰਸ ਹੁੰਦੀ ਹੈ। ਬਿੰਦੀ ਵੰਸ ਹੁੰਦੀ ਜਿਹੜੀ ਮਾਤਾ ਪਿਤਾ ਤੋਂ ਪੈਦਾ ਹੋਵੇ, ਤੇ ਪਰਮੇਸ਼ਰ ਦਾ ਕੋਈ ਮਾਤਾ ਪਿਤਾ ਨਹੀਂ ਹੈ। ਇਸ ਕਰਕੇ ਨਾ ਤਾਤ ਹੈ ਨਾ ਮਾਤ ਹੈ। ਤੇ ਦੂਸਰਾ ਨਾਦੀ ਵੰਸ ਹੁੰਦੀ ਹੈ, ਜਿਹੜਾ ਕੋਈ ਗੁਰੂ ਆਪਣੇ ਥਾਂ ਤੇ ਆਪਣੇ ਚੇਲੇ ਨੂੰ ਸਥਾਪਨ ਕਰ ਦਿੰਦਾ ਹੈ, ਤੇ ਉਹਦਾ ਕੋਈ ਗੁਰੂ ਵੀ ਨਹੀਂ ਹੈ। ਅਕਾਲ ਪੁਰਖ ਪਰਮੇਸ਼ਰ ਤੋਂ ਵੱਡਾ ਕੋਈ ਨਹੀਂ ਹੈ। ਇਸ ਕਰਕੇ ਨਾ ਨਾਦੀ ਵੰਸ ਨਾ ਬਿੰਦੀ ਵੰਸ, ਇਹਨਾਂ ਤੋਂ ਉਹ ਰਹਿਤ ਹੈ। ਇਸ ਕਰਕੇ ਅਨਾਦੀ ਅਨਾਹਤ ਅਨ ਆਹਤ, ਅਨ ਜਮਾ ਆਹਤ, ਆਹਤ ਨਾਮ ਹੈ ਨਾਸ ਤੋਂ ਅਨ ਰਹਿਤ ਹੈ। ਅਨਹਤ ਜਿਹਦੇ ਵਿੱਚੋਂ ਅਨ ਦਵੈਤ ਹਤ ਨਾਸ ਹੋਈ ਵੀ ਹੋਵੇ। ਅਨਹਤ ਹੋਰਨਾਂ ਸਭ ਨੂੰ ਹਤ ਨਾਸ ਕਰਨ ਵਾਲਾ। ਜੁਗ ਜੁਗ ਏਕੋ ਵੇਸ, ਜੁਗਾਂ ਦੇ ਵਿੱਚ ਇਹ ਦੋ ਵਾਰੀ ਜੁਗਾ ਜੁਗਾ ਆ ਗਿਆ ਹੈ। ਚਾਰੇ ਯੁੱਗਾਂ ਵਿੱਚ ਉਹ ਇੱਕ ਸਰੂਪ ਬੇਸ ਸਰੂਪ ਹੈ, ਵਾਧਾ ਘਟਦਾ ਨਹੀਂ ਹੈ। ਜਿਵੇਂ ਜਵਾਨ ਕੇ ਵਿਕੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਸਿੱਧੋ ਜੁਗਾਂ ਜੁਗਾਂ ਦੇ ਜੋ ਪ੍ਰਭੂ ਨੂੰ ਜਾਣਨਾ, ਇਹ ਸਾਡਾ ਵੇਸ ਲਿਬਾਸ ਹੈ। ਹੋਰ ਕੋਈ ਅਸੀਂ ਭੇਖ ਨਹੀਂ ਧਾਰਨ ਕੀਤਾ ਹੋਇਆ। ਅਨਾਹਦ, ਇੱਕ ਤਾਂ ਆਹਤ ਸ਼ਬਦ ਹੁੰਦੇ ਨੇ, ਜੋ ਕਿਸੇ ਦੇ ਉੱਤੇ ਹਤਨ ਕਰਕੇ ਡੱਗਾ ਲਾਉਣ ਤੋਂ
ਆਵਾਜ਼ ਨਿਕਲਦੀ ਹੈ, ਜਿਵੇਂ ਡੱਗਾ ਮਾਰੀਏ ਘੜਿਆਲ 'ਚੋਂ ਆਵਾਜ਼ ਨਿਕਲ ਆਉਂਦੀ ਹੈ, ਜੇ ਫੂਕ ਮਾਰੀਏ ਸ਼ੰਖ 'ਚੋਂ ਆਵਾਜ਼ ਨਿਕਲ ਆਉਂਦੀ ਹੈ, ਬਾਜੇ ਦੀਆਂ ਸੁਰਾਂ ਦਾ ਪੱਖਾ ਮਾਰਦੀ ਹੈ, ਸੁਰਾਂ ਦੱਬ ਕੇ ਉਹਦੇ 'ਚੋਂ ਆਵਾਜ਼ ਨਿਕਲ ਆਉਂਦੀ ਹੈ। ਇਹ ਆਹਤ ਸ਼ਬਦ ਨੇ। ਸਰੀਰ ਦੇ ਖਤਮ ਹੋਣ ਦੇ ਨਾਲ ਇਹ ਸਾਰੇ ਖਤਮ ਹੋ ਜਾਂਦੇ ਨੇ। ਅਨਾਹਤ ਉਹ ਹੁੰਦਾ ਹੈ ਜੋ ਹਤਨ ਤੋਂ ਰਹਿਤ ਹੋਵੇ। ਬਿਨ ਬਜਾਏ ਕਿੰਗਰੀ ਬਾਜੈ ਜੋਗੀ, ਸਾ ਕਿੰਗਰੀ ਬਜਾਏ ਉਹ ਬਜਾ ਕਿੰਗਰੀ। ਬਿਨਾਂ ਵਜਾਏ ਯੋਗੀਆਂ ਦੇ ਚੇਤਨ ਸੱਤਾ ਦੇ ਆਸਰੇ ਅੰਦਰ ਤੋਂ ਆਵਾਜ਼ਾਂ ਨਿਕਲ ਰਹੀਆਂ ਨੇ, ਇਹ ਅਨਾਹਤ ਸ਼ਬਦ ਨੇ। ਅਤੇ ਜਿੱਥੇ ਬੇਸੁਰੀਆਂ ਆਵਾਜ਼ਾਂ ਨਿਕਲਦੀਆਂ ਨੇ, ਜਦੋਂ ਉੱਥੇ ਕੇਵਲ ਸ਼ਬਦ ਦੀ ਆਵਾਜ਼ ਨਿਕਲਣ ਲੱਗ ਜਾਏ, ਇਹ ਫਿਰ ਅਨਾਹਤ ਸ਼ਬਦ ਇਹ ਹੈ। ਤੁਹਾਡੇ ਯੋਗ ਮਤ ਦੇ ਵਿੱਚ ਤੰਤਾ ਤੀਬਤ ਚਰਮ ਕਾ ਘਨ ਕੰਸੀ ਕਾ ਜਾਨ ਹੈ, ਪਰ ਸਾਡੇ ਇੱਕ ਰਸ ਨਾਮ ਦਾ ਵੱਜਣਾ ਇਹੀ ਅਨਾਹਤ ਸ਼ਬਦ ਵੱਜ ਰਿਹਾ ਹੈ। ਇਹ ਲਾਜਵਾਬ ਹੋ ਗਏ ਜੋਗੀ। ਮਾਰੇ ਕਹਿੰਦੇ ਇਹ ਤੁਸੀਂ ਚਿੰਨ੍ਹ ਧਾਰਨ ਕਰ ਲਓ ਅਤੇ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਅਤੇ ਇਸ ਪ੍ਰਕਾਰ ਫਿਰ ਤੁਸੀਂ ਜਿਹੜੇ ਯੋਗ ਦੇ ਬਾਹਰਲੇ ਚਿੰਨ੍ਹ ਨੇ, ਇਹਨਾਂ ਦਾ ਮਹਾਰਾਜ ਸਾਹਿਬ ਜੀ ਨੇ ਖੰਡਨ ਕਰ ਦਿੱਤਾ। ਕਰਤਾਰਪੁਰ ਸਾਹਿਬ ਮਹਾਰਾਜ ਸਾਹਿਬ ਜੀ ਬੈਠੇ ਸੀ, ਯੋਗੀਆਂ ਦੀ ਗੱਲ ਚੱਲ ਪਈ। ਮਹਾਰਾਜ ਕਹਿੰਦੇ ਸਾਡੀ ਵੀ ਬੜੀ ਭਾਰੀ ਚਰਚਾ ਹੁੰਦੀ ਰਹੀ ਯੋਗੀਆਂ ਨਾਲ ਕਿ ਮਹਾਰਾਜ ਜੀ ਕਿਰਪਾ ਕਰੋ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਫਿਰ ਸੱਚਾ ਯੋਗ ਕਿਹੜਾ ਹੈ, ਵੀ ਉਹ ਤਾਂ ਆਪ ਜੀ ਨੇ ਖੰਡਨ ਕਰ ਦਿੱਤਾ। ਸੱਚਾ ਯੋਗ ਕਿਹੜਾ ਹੈ? ਮਹਾਰਾਜ ਕਹਿੰਦੇ ਨੇ, ਕਹਿੰਦੇ ਸਿਖਰ ਉਹ ਬਾਹਰਲੇ ਜਿਹੜੇ ਚਿੰਨ੍ਹ ਨਾ, ਇਹ ਧਾਰਨ ਕਰਨ ਦੇ ਨਾਲ ਯੋਗੀ ਨਹੀਂ ਬਣਿਆ ਜਾਂਦਾ। ਜਦੋਂ ਰਾਜੇ ਜੋਗੀ ਬਣ ਕੇ ਯੋਗ ਤੋਂ ਤੰਗ ਆ ਜਾਂਦੇ ਸੀ ਨਾ, ਔਖਾਪਣ, ਵਾਪਸ ਘਰਾਂ ਨੂੰ ਮੁੜਨ ਲੱਗ ਗਏ। ਗੋਰਖਨਾਥ ਸੋਚਿਆ ਵੀ ਮੇਰੀ ਤਾਂ ਜਮਾਤ ਫੇਲ ਹੋ ਜੂ। ਉਸ ਵੇਲੇ ਗੋਰਖਨਾਥ ਨੇ ਉਹਨਾਂ ਦੇ ਕੰਨ ਪਾੜ ਕੇ ਨਾ ਬੜੇ ਬੜੀਆਂ ਬਲੌਰ ਦੀਆਂ ਮੁੰਦਰਾਂ ਪਾਤੀਆਂ ਵੀ ਸ਼ਰਮ ਦੇ ਮਾਰੇ ਘਰ ਨਾ ਜਾਣ, ਵੀ ਜੋਗੀ ਬਣ ਕੇ ਘਰ ਆ ਵੜਿਆ। ਇਹਨਾਂ ਦੇ ਪਿੱਛੇ ਚਿੰਨ੍ਹਾਂ ਦੇ ਪਿੱਛੇ ਤਾਂ ਇਹੋ ਜਿਹੀਆਂ ਗੱਲਾਂ ਨੇ ਮਹਾਰਾਜ ਕਹਿੰਦੇ। ਇਸ ਕਰਕੇ ਅਸੀਂ ਤੁਹਾਨੂੰ ਐਸਾ ਯੋਗ ਦੇ ਚਿੰਨ੍ਹ ਦੱਸਦੇ ਹਾਂ ਜਿਹੜੇ ਹਿਰਦੇ 'ਚ ਧਾਰਨ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਕਰਤਾਰਪੁਰ ਸਾਹਿਬ ਮਹਾਰਾਜ ਨੇ ਫਿਰ ਇਹੀ ਸ਼ਬਦ ਦੁਆਰਾ ਬੜੇ ਬੜੇ ਨਾਮੀ ਗੁਰੂ ਕੇ ਸਿੱਖ, ਬਾਬਾ ਬੁੱਢਾ ਜੈਸੇ ਹੋਰ ਬੜੇ ਬੜੇ ਭਾਈ ਭਗੀਰਥ ਵਰਗੇ ਚੰਗੇ ਚੰਗੇ ਨਾਮੀ ਸਿੱਖ ਜਿਨ੍ਹਾਂ ਨੇ ਸੰਗਤਾਂ ਕੀਤੀਆਂ, ਭਾਈ ਸਧਾਰਨ ਵਰਗੇ, ਅਤੇ ਮਹਾਰਾਜ ਸਾਹਿਬ ਜੀ ਨੇ ਫਿਰ ਉੱਥੇ ਯੋਗ ਦੇ ਚਿੰਨ੍ਹ ਦੱਸੇ ਹਨ। ਅੰਤਰੀ ਭਾਵ ਦੇ ਅੰਦਰ ਮੁੰਦਾ ਸੰਤੋਖ ਸਰਮਪਤ ਝੂਲੀ, ਧਿਆਨ ਕੀ ਕਰਹਿ ਬਭੂਤ। ਮੁੰਦਾ ਸੰਤੋਖ ਸਰਮਪਤ ਝੋਲੀ। ਹੇ ਸਿੱਖੋ, ਜਿਹੜੇ ਹਿਰਦੇ ਦੇ ਅੰਦਰੋਂ ਬਾਹਰੋਂ ਸੰਤੋਖ ਹੋ ਜਾਣਾ, ਇਹ ਦੋ ਮੁੰਦਰਾਂ ਨੇ। ਯੋਗੀਆਂ ਨੇ ਕਿਹਾ ਸੀ, ਕਹਿੰਦੇ ਸਾਡੇ ਦੋ ਹੁੰਦੇ ਆ, ਤੁਸੀਂ ਇੱਕੋ ਹੀ ਦੱਸੀ ਹੈ। ਮਾਤਾ ਨੇ ਫਿਰ ਉਦੋਂ ਕਹਿ ਦਿੱਤਾ ਸੀ ਮੁੰਦਾ ਸੰਤੋਖ ਸ਼ਰਮ, ਕਹਿੰਦੇ ਸ਼ਰਮ ਦੀ ਵੀ ਮੁੰਦਰਾ ਦੋ ਅਸੀਂ ਐਂ ਕਰਤੀਆਂ ਸੀ ਮਹਾਰਾਜ ਨੇ। ਤੋ ਇਸ ਕਰਕੇ ਦੋ ਮੁੰਦਰਾਂ, ਅੰਦਰੋਂ ਬਾਹਰੋਂ ਸੰਤੋਖ ਰੱਖਣਾ। ਅਤੇ ਸੰਤੋਖ ਵੀ ਦੋ ਕਿਸਮ ਦਾ ਮੰਨਿਆ। ਇੱਕ ਦਿਖਾਵੇ ਵਾਲਾ ਸੰਤੋਖ ਹੈ, ਪਾਟੇ ਜੇ ਕੱਪੜੇ ਰੱਖਣੇ, ਟੁੱਟੀ ਜੁੱਤੀ, ਪਾਟੀ ਹੋਈ ਪੱਗ ਰੱਖਣੀ, ਜੇ ਕੋਈ ਪੁੱਛੇ ਕੱਪੜੇ ਕਿਉਂ ਨਹੀਂ ਪੈਂਦਾ, ਅਖੇ ਜੀ ਸੰਤੋਖੀ ਹੁੰਦੇ ਆ। ਅੰਦਰ ਵਡਿਆਈ ਦੀ ਇੱਛਾ ਹੈ, ਲੋਕੀ ਕਹਿਣ ਬੜਾ ਸੰਤੋਖੀ ਹੈ, ਅਤੇ ਇੱਛਾ ਦਾ ਮਾਰੇ ਨਿਗਾਹ ਤੁਰਿਆ ਫਿਰਦਾ, ਕਾਹਦਾ ਸੰਤੋਖ ਹੈ? ਅੰਦਰ ਤ੍ਰਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ, ਇਹ ਕਾਹਦਾ ਸੰਤੋਖ ਹੈ? ਦੂਜਾ ਸੰਤੋਖ ਅੰਦਰ ਹੈ, ਅਤੇ ਅੰਦਰ ਹੀ ਪਦਾਰਥਾਂ ਦੀ ਇੱਛਾ ਜਿਹੜੀ ਹੈ ਇਹ ਖਤਮ ਹੋ ਜਾਣੀ। ਅੰਦਰ ਤੋਂ ਕੋਈ ਪਦਾਰਥ ਦੀ ਇੱਛਾ ਨਹੀਂ। ਜਥਾ ਲਾਭ ਤਥਾ ਸੰਤੁਸ਼ਟ, ਆ ਗਿਆ ਮੈਂ ਭੂਖ ਸੋਈ ਕਰ ਸੁਖਾ, ਸੋਗ ਹਰਖ ਨਹੀਂ ਜਾਣਿਓ। ਹਰਖ ਸੋਗ ਤੋਂ ਨਿਆਰਾ ਰਹੇ, ਪ੍ਰਲਬਧ ਅਨੁਸਾਰ ਜੋ ਪਦਾਰਥ ਮਿਲਦਾ ਉਹਦੇ 'ਤੇ ਹੀ ਪ੍ਰਸੰਨ ਰਹੇ, ਭਾਵੇਂ ਰੁੱਖੀ ਰੋਟੀ ਮਿਲੇ। ਜੋ ਤੂੰ ਦੇਹ ਤਹੀਂ ਇਹ ਤ੍ਰਿਪਤੈ, ਆਨ ਨ ਕਥੂੰ ਧਾਵੋ। ਜਿਹੜਾ ਵਿਖਾਵੇ ਦਾ ਸੰਤੋਖ ਹੈ ਉਹਦੇ ਅੰਦਰ ਪਖੰਡ ਹੁੰਦਾ ਹੈ, ਆਪਣੀ ਪੂਜਾ ਕਰਾਉਣ ਦੀ ਇੱਛਾ ਹੁੰਦੀ ਹੈ। ਇਸ ਕਰਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਕਈ ਲੋਕ ਇਸ ਤਰ੍ਹਾਂ ਦੇ ਬਨੋਟੀ ਸੰਤੋਖੀ ਬਣੇ ਫਿਰਦੇ ਆ ਵੀ ਆਪ ਤਾਂ ਮੰਗਣਾ ਨਹੀਂ, ਦੂਜੇ ਨੂੰ ਕਹਿੰਦੇ ਤੂੰ ਮੰਗ ਕੇ ਦੇ ਦੇ ਮੈਨੂੰ, ਮੈਂ ਨਹੀਂ ਮੰਗਣਾ, ਮੈਂ ਸੰਤੋਖੀ ਹਾਂ ਨਾ। ਪਾਟੇ ਕੱਪੜੇ ਪਾ ਲਏ, ਅਤੇ ਇਸ ਪ੍ਰਕਾਰ ਦਾ ਇਹ ਕਾਹਦਾ ਦਿਖਾਵੇ ਦਾ ਸੰਤੋਖ। ਅਤੇ ਤੀਜੇ ਉਹ ਹੁੰਦੇ ਜਿਹੜੇ ਮੂੰਹ ਬੋਲ ਕੇ ਮੰਗ ਲੈਂਦੇ ਆ। ਉਹ ਤਾਂ ਅਸੀਂ ਸੰਤੋਖੀਆਂ, ਪਰ ਇੰਨੀ ਕੁ ਲੋੜ ਮਾਤਰ ਹੀ ਮੰਗਦੇ ਹਾਂ ਅਸੀਂ ਤਾਂ। ਇਹ ਕਾਹਦਾ ਸੰਤੋਖ ਹੈ? ਸੰਤੋਖ ਰੱਖਣਾ ਤੇ ਅੰਦਰੋਂ ਰਿੱਧੀਆਂ ਸਿੱਧੀਆਂ ਦੀ ਇੱਛਾ ਤੱਕ ਕੇ, ਅਤੇ ਬਾਹਰ ਤੋਂ ਸੰਤੋਖੀ ਬਣੇ ਫਿਰਨਾ। ਅਤੇ ਮਹਾਰਾਜ ਕਹਿੰਦੇ ਨਹੀਂ ਭਾਈ, ਮੁੱਖ ਕਰਕੇ ਬੋਲ ਕੇ ਵੀ
ਜਾਚਕ ਨਾ ਬਣਨਾ, ਸੰਤੋਖ ਕਰਕੇ ਸੰਕਲਪਾਂ ਵਿਕਲਪਾਂ ਤੋਂ ਜਿਹੜਾ ਮੁੰਦਣਾ ਹੈ, ਇਹੀ ਮੁੰਦਰਾ ਧਾਰਨ ਕਰਨ ਯੋਗ ਨੇ। ਮੁੰਦਰਾ ਤੇ ਘਟ ਭੀਤਰ ਮੁੰਦਰਾ। ਬਾਹਰ ਕੰਨ ਨਹੀਂ ਪਾੜਨੇ, ਸਾਬਤ ਸੂਰਤ ਰੱਖਣੇ, ਫਰਕ ਨਹੀਂ ਪਾਉਣਾ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਦਸਮ ਦੀ ਬਾਣੀ ਵਿੱਚ ਕਿਹਾ ਹੈ, ਜਟਾ ਨਾ ਸੀਸ ਧਾਰ ਹੋ, ਨਾ ਮੁੰਦਰ ਕਾਂ ਸੋ ਧਾਰ ਹੋ, ਨਾ ਕਾਨ ਕਾਹੋਂ ਕੀ ਤਰੋਂ, ਕਹਿਓ ਪ੍ਰਭੂ ਸੋ ਮੈਂ ਕਰੋਂ। ਨਾ ਜਟਾ ਮੂੰਡ ਧਾਰ ਹੋ, ਨਾ ਮੁੰਦਰ ਕਾ ਸਵਾਰੋਂ, ਜਪੋ ਤਾਸ ਨਾਮੰ ਸਰੈ ਸਰਬ ਕਾਮੰ। ਕਿੰਨੀ ਮਿੱਠੀ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ। ਹੇ ਗੁਰਸਿੱਖੋ, ਮਨ ਰੂਪੀ ਜੋਗੀ, ਇਸ ਜੋਗੀ ਦੇ ਸੰਕਲਪ ਵਿਕਲਪ ਰੂਪੀ ਦੋ ਕੰਨ, ਸੰਕਲਪ ਤੇ ਵਿਕਲਪ, ਮਨ ਰੂਪੀ ਜੋਗੀ ਸੰਕਲਪ ਵਿਕਲਪ ਦੇ ਦੋ ਕੰਨ ਨੇ। ਇਹਨਾਂ ਨੂੰ ਵਿਚਾਰ ਰੂਪੀ ਛੁਰੀ ਲੈ ਕੇ ਨਾਲ ਚੀਰ ਕੇ, ਵਿਚਾਰ ਦੀ ਛੁਰੀ ਨਾਲ ਕੰਨ ਪਾੜਨੇ ਨੇ। ਇਹ ਜੋ ਪਦਾਰਥ ਪ੍ਰਾਪਤ ਹੈ ਉਹਨਾਂ ਵਿੱਚ ਪ੍ਰਸੰਨ ਰਹਿਣਾ, ਜੋ ਨਾ ਪ੍ਰਾਪਤ ਹੋਣ ਵਾਲਾ ਉਹਦੀ ਪ੍ਰਾਪਤੀ ਦੀ ਇੱਛਾ ਹੀ ਨਾ ਕਰਨੀ। ਇਹੋ ਜਿਹਾ ਅੰਦਰ ਬਾਹਰ ਸੰਤੋਖ ਰੱਖਣਾ। ਇਹ ਦੋ ਮੁੰਦਰਾਂ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਸਾਰਾ ਨਕਸ਼ਾ ਖਿੱਚਿਆ ਜੋਗੀਆਂ ਦਾ। ਕਮਾਲ ਕਰ ਦਿੱਤੀ ਭਾਈ ਸਾਹਿਬ ਨੇ। ਕਹਿੰਦੇ ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ, ਕੰਨੀ ਮੁੰਦਰਾ ਮੰਤਰ ਗੁਰ ਸੰਤਾਂ ਧੂੜ ਵਿਭੂਤ ਮਿਲਾਸੀ। ਕਹਿੰਦੇ ਸਾਡੇ ਗੁਰਸਿੱਖਾਂ ਨੂੰ ਆ ਦੂਸਰੀ ਗੋਹੇ ਦੀ ਛਾਣ ਕੇ ਰਾਖ, ਇਹ ਵਿਭੂਤ ਬਣਨ ਦੀ ਲੋੜ ਨਹੀਂ। ਸੰਤਾਂ ਦੀ ਚਰਨ ਧੂੜੀ ਕਹਿੰਦੇ ਇਹੀ ਵਿਭੂਤ ਹੈ। ਗੁਰਸਿੱਖਾਂ ਕੀ ਹਰ ਧੂੜਦੇ ਹਾਂ, ਪਾਪੀ ਵਿਗਤ ਪਾਏ। ਨਿਮਰਤਾ ਗੁਰਸਿੱਖਾਂ ਨੂੰ ਦਿੱਤੀ। ਖਿੰਤਾ ਖਿਮਾ ਹੰਢਾਵਣੇ, ਪ੍ਰੇਮ ਪੱਤਰ ਭਾਉ ਭੁਗਤ ਵੇਲਾਸੀ, ਸ਼ਬਦ ਸੁਰਤ ਸਿੰਘੀ ਵੱਜੈ ਡੰਡਾ, ਗਿਆਨ ਧਿਆਨ ਗੁਰਦਾਸੀ। ਸਾਧ ਸੰਗਤ ਗੁਰ ਗੁਫਾ ਮਹਿ, ਸਹਿਜ ਸਮਾਧ ਅਗਾਧ ਨਿਵਾਸੀ। ਹਉਮੈ ਰੋਗ ਅਰੋਗ ਹੋਏ, ਕਰ ਸੰਜੋਗ ਵਿਜੋਗ ਖਲਾਸੀ। ਸਾਧ ਸੰਗਤ ਗੁਰਮਤ ਸਾਵਾਸੀ। ਇਹ ਹੈ ਜੋਗ ਭਾਈ ਗੁਰਦਾਸ ਨੇ ਲਿਖਿਆ। ਸਰਮ ਦੇ ਕਈ ਅਰਥ ਕੀਤੇ ਆ ਸੰਪਰਦਾ ਦੇ ਵਿੱਚ, ਆ ਸਾਬਤ ਕੀਤਾ ਵੀ ਆ ਇਹਨਾਂ ਥਾਵਾਂ ਤੇ। ਤੇ ਸਰਮ ਪਤ ਦੇ 5 ਅਰਥ। ਸਰਮ ਲੱਜਾ, ਤੇ ਇਹਨੂੰ ਇਹ ਸ਼ਬਦ ਜਿਹੜਾ ਬੈਰਾਗ ਵਾਸਤੇ ਵੀ, ਸੰਸਕ੍ਰਿਤ ਦੇ ਵਿੱਚ ਸੁਖ ਨੂੰ ਵੀ ਸ਼ਰਮ ਕਹਿੰਦੇ ਨੇ, ਥਕਾਵਟ ਨੂੰ, ਉਦਮ ਨੂੰ, ਯਤਨ ਨੂੰ ਵੀ ਕਹਿੰਦੇ ਨੇ। ਸ਼ਰਮ ਲੱਜਾ ਰੱਖਣੀ, ਲੱਜਾ ਨੂੰ ਵੀ ਸ਼ਰਮ ਕਹਿੰਦੇ ਨੇ। ਤੇ ਇਸ ਕਰਕੇ ਇਹ ਪਾਤਰ ਪਕੜਨਾ ਜਿਹੜੀ ਸ਼ਰਮ ਰੱਖਣੀ। ਜਿਹਨੂੰ ਸ਼ਰਮ ਨਹੀਂ ਦੁਨੀਆ ਦੇ ਵਿੱਚ, ਉਹਦੀ ਇੱਜ਼ਤ ਵੀ ਨਹੀਂ ਹੈ। ਫਿਰ ਬੇਸ਼ਰਮ ਦੀ ਕਾਹਦੀ ਇੱਜ਼ਤ ਹੁੰਦੀ ਹੈ? ਉਹਦਾ ਜੀਣਾ ਕੋਈ ਕਿਸੇ ਅਰਥ ਨਹੀਂ ਹੁੰਦਾ। ਸ਼ਰਮ ਗਿਆ ਕਰੇ ਆਪਣੇ, ਪਤ ਉੱਠ ਚੱਲੀ, ਨਾਲ ਪਤ ਤਾਂ ਨਾਲੇ ਜਾਊਗੀ, ਦੋਨੇ ਇਕੱਠੀਆਂ ਰਹਿੰਦੀਆਂ। ਹੁਣ ਸੰਸਾਰ ਦੇ ਵਿੱਚੋਂ ਸ਼ਰਮ ਖਤਮ ਹੁੰਦੀ ਜਾਂਦੀ ਹੈ ਤੇ ਧਰਮ ਵੀ ਖਤਮ ਹੁੰਦਾ ਜਾਂਦਾ ਹੈ, ਇੱਜ਼ਤ ਵੀ ਖਤਮ ਹੁੰਦੀ ਜਾਂਦੀ ਹੈ। ਇਸ ਕਰਕੇ ਸ਼ਰਮ ਰੱਖਣੀ। ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੈ। ਲੱਜਾ ਧਾਰਨ ਕਰਕੇ ਸ਼ਰਮ ਬੈਰਾਗ ਪੈਦਾ ਹੋਣਾ। ਇਹ ਗੁਰਸਿੱਖੋ ਪਤ ਪਾਤਰ ਬਣੇਗਾ। ਸ਼ਰਮ ਨਾਮ ਸੰਸਕ੍ਰਿਤ ਸੁਖ ਦਾ ਹੈ, ਸਾਰਿਆਂ ਨੂੰ ਸੁਖ ਦਾ। ਪਤ ਪਤੀ ਕੌਣ ਹੈ? ਪਰਮਾਨੰਦ ਸੁਖ ਰੂਪ ਪਰਮੇਸ਼ਰ, ਉਹਦੀ ਪ੍ਰਾਪਤੀ ਹੋ ਜਾਊਗੀ। ਇਹ ਝੋਲੀ ਧਾਰਨੀ। ਜਾਗਰਤ ਆਦਿ 3 ਅਵਸਥਾ, ਜਾਗਰਤ ਸੁਪਨ ਸੁਖੋਪਤੀ ਨੂੰ ਲੰਘ ਕੇ ਤੁਰੀ ਅਵਸਥਾ ਵਿੱਚ ਸਥਿਤ ਹੋਣਾ। ਸਖਿਆਤਾਕਾਰ ਰੂਪ ਝੋਲੀ ਹੈ। ਸਰਵਣ ਮੰਨਣ ਅਧਿਆਸਨ ਤੱਤ ਤੋਂ ਪਾਉਂਦਾ ਸ਼ੋਧਨ। ਇਹ 4 ਕੋਨੇ ਨੇ, ਇਹਦੇ ਭੂਮਿਕਾ ਰੂਪ ਇਹਦੇ ਵਿੱਚ ਖਾਨੇ ਬਣੇ ਹੋਏ ਨੇ। ਮੁੰਦਾ ਸੰਤੋਖ, ਸਰਮਪਤ ਝੋਲੀ। ਤੇ ਧਿਆਨ ਕੀ ਕਰੇ ਵਿਭੂਤ। ਜੋਗੀ ਰੋਮ ਰੋਮ ਸੁਆ ਮਲਦੇ। ਇੱਧਰ ਰੋਮ ਰੋਮ ਦੇ ਪਰਮੇਸ਼ਰ ਦਾ ਧਿਆਨ ਕਰਨਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ। ਰੋਮ ਵਿੱਚ ਵਾਹਿਗੁਰੂ ਨੂੰ ਸਮਝਣਾ, ਚਿੱਤ ਇਕਾਗਰ ਰੱਖਣਾ, ਆਪਣੀ ਹੰਗਤਾ ਤੋਂ ਰਹਿਤ ਹੋ ਜਾਣਾ, ਵਾਹਿਗੁਰੂ ਅੰਤਰ ਬਾਹਰ ਦੇਖਣਾ। ਇਸ ਪ੍ਰਕਾਰ ਅਕਾਲ ਪੁਰਖ ਦਾ ਧਿਆਨ ਕਰਨਾ, ਇਹੀ ਯੋਗ ਹੈ। ਰੇ ਮਨ ਇਹ ਬਿਦ ਜੋਗ ਕਮਾਓ, ਸਿੰਘੀ ਸਾਚ ਅਕਪਟ ਕੰਠਲਾ, ਧਿਆਨ ਵਿਭੂਤ ਚੜਾਓ। ਅਕਪਟ ਨਾਮ ਦਾ ਕਪਟ ਤੋਂ ਰਹਿਤ ਹੋਣਾ। ਤੇ ਇਹ ਧਿਆਨ ਬ੍ਰਹਮ ਦਾ ਧਿਆਕਾਰ ਬਿਰਤੀ ਦੁਆਰਾ ਧਿਆਨ ਲਾਉਣਾ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ, ਜਾ ਪਰ ਕਾ ਮਿਟ ਗਿਆ ਜਦ ਦੇਖੋ ਤਾਂ। ਇਹ ਵਿਭੂਤੀ ਲਾਉਣੀ ਹੈ। ਕੀ ਕਰੇ ਵਿਭੂਤ? ਫਿਰ ਉਹਨਾਂ ਤਾਈਂ ਵਿਭੂਤ ਮਾਇਆ ਕੀ ਕਰ ਸਕਦੀ ਹੈ? ਮਾਇਆ ਤੋਂ ਨਿਰਲੇਪ ਹੋ ਜਾਂਦੇ, ਮਾਇਆ ਕੁਛ ਨਹੀਂ ਵਿਗਾੜ ਸਕਦੀ। ਤੇ ਸਤਿਗੁਰੂ ਜੀ ਗੱਲ ਵਿੱਚ ਖਿੰਤਾ ਖੱਪਣੀ ਕਿਹੜੀ ਪਾਉਣੀ ਹੈ? ਮਹਾਰਾਜ ਸਾਹਿਬ ਕਹਿੰਦੇ ਖਿੰਤਾ ਪੜੋ ਜੀ। ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਕਾਇਆ ਬੁੱਧੀ ਨੂੰ, ਇੱਥੇ ਪਹਿਲਾਂ ਕਾਇਆ ਦਾ ਅਰਥ ਅਸਥੂਲ, ਜਿਹੜਾ ਪਹਿਲਾ ਵਾਜ ਅਰਥ ਸੀ ਉਹਦੇ ਸਰੀਰ ਕਰਿਆ ਸੀ। ਇੱਥੇ ਕਾਇਆ ਬੁੱਧੀ ਨੂੰ ਕਿਹਾ।
ਭੂਤ ਭਵਿੱਖ ਵਰਤਮਾਨ, ਇਹ ਕਾਲ ਦੀ ਗਰਦਿਸ਼ ਤੋਂ ਕੁਆਰੀ ਰੱਖਣਾ। ਮਤਲਬ ਇਹ ਹੈ, ਇਹਦੇ ਵਿੱਚ ਵਿਚਰ ਨਹੀਂ ਦੇਣਾ, ਵਾਹਿਗੁਰੂ ਵਿੱਚ ਜੋੜਨਾ। ਖਿੰਤਾ ਖਪਣੀ ਪਹਿਨਣਾ ਕਰੋ, ਕਿਹੜੀ ਹੈ ਇਹ ਖਿੰਤਰੀ ਪਹਿਨਣਾ ਕਰੋ, ਜਿਸ ਕਰਕੇ ਪਾਪਾਂ ਰੂਪੀ ਜੜਤਾ ਰੂਪੀ ਪਾਲਾ ਨਹੀਂ ਲੱਗਦਾ। ਅਗਿਆਨ ਰੂਪ ਸੂਰਜ ਦੀਆਂ ਰਾਗ ਦਵੈਸ ਦੀਆਂ ਕਿਰਨਾਂ ਤ੍ਰਿਸ਼ਨਾ ਰੂਪੀ ਧੁੱਪ ਨਹੀਂ ਲੱਗਦੀ। ਮੋਹ ਰੂਪੀ ਬੱਦਲਾਂ ਤੋਂ ਪਦਾਰਥਾਂ ਦਾ ਪਾਣੀ, ਸ਼ਬਦਾਤ ਜਿਹੜੇ ਵਿਸ਼ੇ ਵਿਕਾਰ ਤੇ ਉਹ ਜਿਹੜੇ ਉਹ ਜਲ ਵਰਸਦਾ ਹੈ, ਸ਼ਬਦ ਸਪਰਸ ਰੂਪ ਰਸਗੰਧ ਆਦਿ ਦਾ, ਕਾਮ ਕਰੋ ਆਦਿ ਦਾ, ਇਹਦੀ ਸਤਤਾ ਰੂਪ ਬੁੱਧੀ ਜਿਹੜੀ ਉਹਦੇ ਨਾਲ ਤੱਕਣਾ, ਇਹ ਭਿੱਜਣਾ ਨਹੀਂ। ਫਿਰ ਇਹ ਭਿੱਜਣਾ ਨਹੀਂ ਹੋਊਗਾ, ਇਹ ਭਿੱਜਦਾ ਨਾ ਮਨ ਉਹਦੇ ਵਿੱਚ। ਤੋ ਇਸ ਕਰਕੇ ਇਸ ਦੇ ਵਿੱਚ ਖਿੱਚ ਰੂਪ ਸਲਾਬ ਵੀ ਨਹੀਂ ਹੋਊਗੀ। ਇਹ ਕਪੜਾ ਐਸਾ ਹੈ, ਇਹ ਖਿੰਤਾ ਸਲਾਬ ਵੀ ਨਹੀਂ ਜਾਊਗੀ। ਖਿੰਥਾ ਦੇ ਵਿੱਚ ਖੱਖੇ ਨੂੰ ਸਿਹਾਰੀ ਤੇ ਉੱਪਰ ਟਿੱਪੀ ਹੈ ਤੇ ਥਾ, ਇਹਨਾਂ ਨੂੰ ਅਲੱਗ-ਅਲੱਗ ਕਰ ਲਈਏ। ਖਿੰਗ ਨਾਮ ਆਕਾਸ਼ ਦਾ ਬਣ ਜਾਊਗਾ, ਥਾਂ ਨਾਮ ਧਰਤੀ ਦਾ ਬਣ ਜੂ, ਥਾਂ ਟਿਕਾਣਾ ਜਿੱਥੇ ਆਪਾਂ ਵਸ ਰਹੇ ਹਾਂ। ਇਹ ਆਦਿਕ ਪੰਜੇ ਤੱਤਾਂ ਦਾ ਕਾਇਆ ਜਿਹੜੀ ਦੇਹ ਹੈ, ਸਾਡਾ ਸਰੀਰ ਬਣਿਆ ਹੋਇਆ, ਇਹਦੇ 'ਚ ਅਭਿਮਾਨ ਤੋਂ ਰਹਿਤ ਹੋ ਕੇ ਕਾਇਆ ਜੋ ਅਖੰਡ ਚੇਤਨ ਦੇਹ ਹੈ, ਪਰਮੇਸ਼ਰ ਵਾਹਿਗੁਰੂ ਨੇ ਆਪਣਾ ਸਰੂਪ ਸਤ ਚੇਤਨ, ਕਾਲ ਤੋਂ ਕੁਆਰੀ ਭਾਵ ਕਾਲ ਤੋਂ ਰਹਿਤ, ਉਹਨੂੰ ਆਪਣੀ ਖਪਣੀ ਗੋਦੜੀ ਬਣਾਉਣਾ ਕਰੋ। ਉਹਨੂੰ ਜੁਗਤ ਡੰਡਾ ਪ੍ਰਤੀਤ। ਭੇਦ ਦੀਆਂ ਬਾਧਕ ਜੁਗਤੀਆਂ ਜਿਹੜੀਆਂ ਕਾਮ ਕਰੋ ਲੋਭ ਮੋਹ ਹੰਕਾਰ, ਅਭੇਦ ਦੀਆਂ ਸਾਧਕ, ਅਭੇਦ ਹੋਣ ਵਾਸਤੇ ਸਤ ਸੰਤੋਖ ਦਇਆ ਧਰਮ ਵਿਚਾਰ, ਇਹ ਭੇਦ ਵਾਲੀਆਂ ਕਾਮ ਕਰੋ ਲੋਭ ਮੋਹ, ਉਹਨਾਂ ਦਾ ਬਾਧਕ ਅਭੇਦ ਦੀਆਂ ਸਾਧਕ, ਸਤ ਸੰਤੋਖ ਦਇਆ ਧਰਮ ਨੂੰ ਧਾਰਨ ਕਰਨਾ, ਕਾਮ ਕਰੋ ਲੋਭ ਮੋਹ ਹੰਕਾਰ ਦਾ ਤਿਆਗ ਕਰਨਾ, ਇਹਦੇ ਸਹਿਤ ਪ੍ਰਤੀਤ ਭਰੋਸਾ ਕਰਨਾ, ਨਿਸ਼ਚਾ ਕਰਨਾ। ਇਹ ਹੈ ਡੰਡਾ। ਜੋ ਗੁਰੂ ਦੀਆ ਸੋ ਮਨ ਕੇ ਕਾਮ, ਇਹ ਡੰਡਾ ਹੱਥ ਵਿੱਚ ਪਕੜਨਾ। ਡੰਡਾ ਸਿੱਧਾ ਹੁੰਦਾ ਹੈ, ਖੁੰਗੀਆਂ ਤੋਂ ਰਹਿਤ ਹੁੰਦਾ ਹੈ, ਸਾਫ਼ ਕੀਤਾ ਹੁੰਦਾ ਹੈ। ਪਸ਼ੂਆਂ ਤੇ ਕੁੱਤਿਆਂ ਤੋਂ ਰੱਖਿਆ ਕਰਨ ਲਈ ਹੱਥ 'ਚ ਫੜਿਆ ਜਾਂਦਾ ਹੈ। ਜਿਨ੍ਹਾਂ ਦੇ ਮਨ ਰੂਪੀ ਡੰਡਾ ਸਮਦਮ ਸਾਧਨਾ ਰੂਪੀ ਹੱਥਾਂ 'ਚ ਫੜਿਆ ਹੋਇਆ ਹੈ, ਮਨ ਨੂੰ ਇਕਾਗਰ ਕਰਕੇ ਤੇ ਮਨਮੁਖ ਕਰਨ ਰੂਪੀ ਮਨ ਨੂੰ ਸਿੱਧਾ ਕਰ ਦਿੱਤਾ। ਮਨ ਸੋ ਕਰ ਰਿਹਾ ਤੇ ਇਹਨੂੰ ਮਨ ਨੂੰ ਸਿੱਧਾ ਕਰ ਲਿਆ, ਜਿਹੜਾ ਸਨਮੁਖ ਕਰ ਲਿਆ ਪਰਮੇਸ਼ਰ ਦੇ। ਮਨ ਨੂੰ ਇਕਾਗਰ ਕਰਕੇ ਹੀ ਸਨਮੁਖ ਕਰੂਗਾ ਨਾ, ਸਨਮੁਖ ਕਰਨ ਰੂਪੀ ਸਿੱਧਾ ਹੋ ਗਿਆ। ਵਿਚਾਰ ਰੂਪੀ ਤੇਸੇ ਦੇ ਨਾਲ ਰਾਗ ਦਵੈਸ਼ ਰੂਪੀ ਖੁੰਗੀਆਂ ਲਾ ਕੇ ਸਾਫ਼ ਕੀਤਾ। ਮੋਹ ਆਦਿਕ ਜਿਹੜੇ ਪਸ਼ੂ ਨੇ, ਜਿਹੜੇ ਸ਼ੁਭ ਗੁਣਾਂ ਨੂੰ ਖਾਣ ਵਾਸਤੇ ਆਉਂਦੇ ਹੈ, ਉਹਨੂੰ ਹਟਾਉਣ ਲਈ, ਲੋਭ ਰੂਪ ਕੁੱਤਿਆਂ ਨੂੰ ਹਟਾਉਣ ਲਈ ਉਹਨਾਂ ਦੇ ਦਵੈਸ਼ ਰੂਪ ਦੰਦ ਭੰਨਣ ਵਾਸਤੇ ਫਿਰ ਇਹੀ ਛੋਟਾ ਕੰਮ ਕਰਦਾ ਹੈ, ਦੂਸਰਾ ਨਹੀਂ। ਜੁਗਤੀਆਂ ਰੂਪ ਡੰਡਾ ਪਕੜੋ, ਵਿਸ਼ੇਸ਼ ਕਰਕੇ ਅਤੀਤ ਐਸਾ ਪਰਮ ਅਤੀਤ ਯੋਗੀ ਬਣਨਾ, ਇਸ ਤਰ੍ਹਾਂ ਦਾ ਯੋਗੀ ਬਣੋ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਈ ਪੰਥ ਸਿੱਧਾ ਨੇ ਮੰਨਿਆ। ਜੋਗੀਆਂ ਦੇ 12 ਪੰਥ ਪਿੱਛੇ ਵਿਚਾਰ ਆ ਚੁੱਕੀ ਹੈ ਸਾਰੀ। ਤੇ ਆਈ ਆ ਸਰਬ ਔਰ ਤੋਂ ਆ ਕਰਕੇ ਈ ਜੋ ਪ੍ਰਾਪਤ ਰੂਪ ਚੇਤਨ ਸੱਤਾ ਹੈ, ਉਹ ਸਾਰਿਆਂ ਵਿੱਚ ਆਈ ਹੋਈ ਹੈ। ਜੋ ਐਸਾ ਨਿਸ਼ਚਾ ਕਰਨਾ ਹੈ, ਇਹ ਸਾਡਾ ਆਈ ਪੰਥ ਹੈ। ਇਸ ਪੰਥ ਦੇ ਅਸੀਂ ਪੰਥੀ ਹਾਂ, ਰਾਹੀ ਹਾਂ। ਬਾਕੀ ਦੇ ਪੰਥ ਤਾਂ ਇਉਂ ਜਿਵੇਂ ਅੰਨਿਆਂ ਨੂੰ ਅੰਨੇ ਖੂਹ ਵਿੱਚ ਠੇਲਦੇ ਰਹੇ ਹੈ। ਤੇ ਭਾਈ ਗੁਰਦਾਸ ਸਾਹਿਬ ਨੇ ਸਾਰਾ ਲਿਖਿਆ, ਨਾਥਾਂ ਨਾਥ ਨਾ ਸੇਵਨੀ, ਹੋਏ ਅਨਾਥ ਗੁਰੂ ਬਹੁ ਚੇਲੇ। ਕੰਨ ਪੜਾਏ ਵਿਭੂਤ ਲਾਏ, ਖਿੰਤਾ ਖੱਪਰ ਡੰਡਾ ਹੇਲੇ। ਕਰ ਕਰ ਟੁਕੜ ਮੰਗਦੇ ਸਿੰਘੀ, ਨਾਦ ਬਜਾਇਨ ਭੇਲੇ। ਭੁਗਤ ਪਿਆਲਾ ਵੰਡੀਐ, ਸਿਧ ਸਾਧਕ ਸਿਵਰਾਤੀ ਮੇਲੇ। 12 ਪੰਥ ਚਲਾਇਂਦੇ, 12 ਬਾਟ ਖਰੇ ਦੁਹੇਲੇ। ਬਿਨ ਗੁਰ ਸ਼ਬਦ ਨਾ ਸੇਜੀ, ਬਾਜੀ ਗਰ ਕਰ ਬਾਜੀ ਖੇਲੇ। ਅੰਨੇ ਅੰਨਾ ਖੂਹੀ ਠੇਲੇ। ਇਹ ਤਾਂ ਅੰਨਿਆਂ ਨੇ ਅੰਨਿਆਂ ਦੀ ਬਾਂਹ ਫੜੀ ਹੋਈ। ਸਗਲ ਜਮਾਤੀ, ਜਿਹੜਾ ਸਾਰਿਆਂ ਵਿੱਚ ਉਸ ਵਾਹਿਗੁਰੂ ਦੀ ਜੋਤ ਦਾ ਗਿਆਨ ਹੋਣਾ ਹੈ ਕਿ ਪਰਮਾਤਮਾ ਸਾਰੇ ਪਰਿਪੂਰਨ ਹੈ, ਵਿਆਪਕ ਹੈ, ਪ੍ਰਕਾਸ਼ ਰੂਪ ਹੈ। ਜੋ ਗੁਰਮੁਖ, ਗੁਰਸਿੱਖ, ਸੰਤ, ਭਗਤ, ਜਗਿਆਸੂ ਜਨ ਵਾਹਿਗੁਰੂ ਦੀ ਜੋਤ ਆਈ ਹੋਈ ਜਾਣਦੇ ਨੇ, ਕਹਿੰਦੇ ਇਹ ਸਾਡੀ ਜਮਾਤ ਹੈ, ਇਹ ਸਾਡੇ ਜਮਾਤੀ ਨੇ। ਤੇ ਸਾਰਿਆਂ ਨੂੰ ਉਪਦੇਸ਼ ਦੇਣਾ, ਇਹ ਅਕਾਲ ਪੁਰਖ ਵਾਹਿਗੁਰੂ ਜੀ ਵਿਆਪਕ ਹੋਣਾ, ਜਾਂ ਇਹ ਸਾਡੀ ਜਮਾਤ ਹੈ। ਮਨ ਜੀਤੈ ਜਗ ਜੀਤ। ਹੇ ਗੁਰਸਿੱਖੋ, ਤੇ ਸਿੱਧ ਲੋਕ ਕਰਾਮਾਤਾਂ ਸਿੱਧੀਆਂ ਦੁਆਰਾ ਸੰਸਾਰ ਨੂੰ ਜਿੱਤਣਾ ਚਾਹੁੰਦੇ ਨੇ, ਪਰ ਉਹਨਾਂ ਦਾ ਤਰੀਕਾ ਜਿਹੜਾ ਇਹ ਗਲਤ ਹੈ। ਜਿੱਤ ਨਹੀਂ ਸਕਦੇ, ਉਹਨਾਂ ਕੋਲੋਂ ਮਨ ਨਹੀਂ ਜਿੱਤਿਆ ਜਾਂਦਾ। ਜੋ ਮਨ ਨੂੰ ਜਿੱਤ ਲੈਂਦਾ ਹੈ, ਉਹ ਗੁਰਮੁਖ ਜਗਤ ਨੂੰ ਜਿੱਤ ਲੈਂਦਾ ਹੈ।
ਫਾਹੇ ਕਾਟੇ ਮਿਟੇ ਗਮਨ ਫਤਿਹ ਭਈ ਮਨ ਜੀਤ। ਭਾਈ ਗੁਰਦਾਸ ਨੇ ਮਨ ਪਾਰਾ ਗੁਰਮੁਖ ਵਸਣ ਹੈ। ਮਨ ਹੈ ਜਿਹੜਾ ਉਹ ਪਾਰੇ ਨਾਲ ਤੁਲਨਾ ਦਿੱਤੀ ਹੈ। ਪਾਰਾ ਸਭ ਤੋਂ ਵਜਨਦਾਰ ਨਿੱਗਰ ਵਸਤੂ ਹੈ। ਇੱਕ ਬੋਤਲ ਪਾ ਦੀ ਚੱਕਣੀ ਉਛਲ ਹੋ ਜਾਂਦੀ ਹੈ, ਇੱਕ ਭਰੀ ਹੋਵੇ ਸਿਰੇ ਤੱਕ, ਬਹੁਤ ਵਜਨ ਹੁੰਦਾ ਹੈ। ਇਹ ਪਾਰੇ ਦੀ ਵਿਆਖਿਆ ਜਿਹਨੇ ਸਮਝ ਲਈ, ਮਨ ਨੂੰ ਬਸ ਕਰਨ ਦੀ ਵਿਆਖਿਆ ਸਮਝ ਲੂਗਾ। ਮਨ ਤੇ ਪਾਰੇ ਦਾ ਇੱਕੋ ਜਿਹਾ ਸੁਭਾਅ ਹੈ। ਪਹਿਲਾਂ ਪਾਰੇ ਦੀ ਜਿਹੜੀ ਕਚਿਆਈ ਹੈ, ਕੱਚਾ ਪਾਰਾ ਕੀ ਕਰਦਾ, ਕਿਹੋ ਜਿਹਾ ਹੁੰਦਾ ਹੈ। ਕੱਚਾ ਪਾਰਾ ਉਂਗਲੀ ਦੇ ਹੇਠ ਜਾਂ ਉਂਗਲੀ ਲਾਈਏ ਕਰਕੇ ਦੇਖਿਆ, ਉਂਗਲੀ ਲਾਈਏ ਉਂਗਲੀ ਤੋਂ ਹੇਠਾਂ ਖਿਸਕ ਜੂਗਾ, ਹੇਠਾਂ ਨਹੀਂ ਆਉਂਦਾ ਉਹ, ਅਤੇ ਉਹਦੇ ਹੇਠਾਂ ਠਹਿਰਦਾ ਨਹੀਂ, ਗਰਮੀ ਨਾਲ ਫੈਲ ਜਾਂਦਾ, ਠੰਡ ਦੇ ਵਿੱਚ ਸੁੰਗੜ ਜਾਂਦਾ। ਸਸਤਾ ਕਿੰਨਾ ਹੁੰਦਾ, 2% ਮੁੱਲ ਹੈ ਸਾਰਾ ਇਹਦਾ, ਬਹੁਤੇ ਮੁੱਲ ਦਾ ਵੀ ਨਹੀਂ ਹੁੰਦਾ। ਜੇ ਕੋਈ ਕੱਚਾ ਪਾਰਾ ਖਾ ਲਵੇ ਜੋੜਾਂ 'ਚ ਬਹਿ ਜਾਂਦਾ, ਦਰਦ ਨਹੀਂ ਹਟਦਾ ਸਾਰੀ ਉਮਰ। ਇਹ ਪਾਰਾ ਜਦੋਂ ਕਿਸੇ ਰਸਾਇਣੀ ਦੇ ਹੱਥ ਆ ਜਾਵੇ, ਉਹਨੂੰ ਸੰਸ਼ੋਧਨ ਕਰਦਾ ਹੈ। ਪਹਿਲਾਂ ਇਸ ਨੂੰ ਕੁੰਡੇ ਵਿੱਚ ਪਾਉਂਦਾ ਹੈ, ਫਿਰ ਇਹ 'ਚ ਹਰੀ ਹਰੀ ਬੂਟੀ ਹੈ, ਕਪਾਹ ਦੀ ਬੂਟੀ ਹੈ ਅਸਲ ਦੇ ਵਿੱਚ। ਇਹ ਵੈਦਿਕ ਲੋਕਾਂ ਨੇ ਉਹਲਾ ਰੱਖਿਆ ਹੋਇਆ, ਕਹਿੰਦੇ ਵੀ ਹਰੀ ਬੂਟੀ ਪਾਉਂਦੀ, ਕਪਾਹ ਹਰੀ ਹੁੰਦੀ ਹੈ, ਉਹਦੇ ਤਾਜ਼ੇ ਤਾਜ਼ੇ 'ਤੇ ਲੈ ਕੇ ਉਸ ਨੂੰ ਬੂਟੀ ਨੂੰ ਉਹਦੇ 'ਚ ਸੰਸ਼ੋਧਨ ਕਰਦੇ, ਇਹਦੀ ਰਗੜਾਈ ਕਰੀ ਜਾਂਦੇ ਹੈ। ਜਦੋਂ ਪਾਰਾ ਆਪਣਾ ਰੰਗ ਬਦਲ ਕੇ ਹਰੇ ਹੀ ਰੰਗ ਹੋ ਜਾਵੇ ਬੂਟੀ ਵਾਲਾ, ਫਿਰ ਕਹਿੰਦੇ ਖਰਲ ਪੂਰਾ ਹੋ ਗਿਆ, ਹੁਣ ਇਹ ਬਰੀਕ ਹੋ ਗਿਆ। ਗੰਧਰਕ ਨਾਲ ਵੀ ਕਰਦੇ ਹੈ। ਅਤੇ ਫਿਰ ਇਸ ਨੂੰ ਜਦੋਂ ਐਨ ਪੂਰੀ ਬਰੀਕ ਰਗੜਾਈ ਹੋ ਜਾਵੇ, ਰੰਗ ਇੱਕੋ ਹੀ ਰਹਿ ਜਾਵੇ, ਆਪਣਾ ਰੰਗ ਬਦਲ ਜਾਵੇ, ਫਿਰ ਇਸ ਨੂੰ ਸੰਪਟ ਕਰਦੇ ਨੇ, ਡੱਬੇ ਵਿੱਚ ਪਾ ਕੇ ਹੇਠਾਂ ਅੱਗ ਬਾਲਦੇ ਆ ਵੀ ਕੱਚਾ ਬਣਾ ਰਹਿ ਜਾਵੇ, ਕਿਤੇ ਉੱਡ ਬਣਾ ਜਾਵੇ। ਪਾਰਾ ਉੱਡ ਜਾਂਦਾ ਸੇਕ ਵਿੱਚ, ਤੋਲ ਵੀ ਪੂਰਾ ਰਹੇ। ਸੋਧਿਆ ਹੋਇਆ ਪਾਰਾ ਇੰਨਾ ਕੀਮਤੀ ਬਣ ਜਾਂਦਾ ਹੈ, ਇੱਕ ਕੱਖ ਭਰ ਥੋੜ੍ਹਾ ਜਿਹਾ ਵੀ ਜੇ ਕੋਈ ਖੁਰਾਕ ਬਣਾ ਲਵੇ, ਮਣਾ ਮੂੰਹੀ ਹਜਮ ਕਰਨ ਦੀ ਸ਼ਕਤੀ ਹੋ ਜਾਂਦੀ ਹੈ, ਮਣਾ ਮੂੰਹੀ ਪਦਾਰਥ ਖਾ ਸਕਦਾ ਹੈ। ਫਿਰ ਤਾਕਤ ਕਿੰਨੀ ਹੋ ਜਾਂਦੀ ਹੈ, ਕਹਿੰਦੇ ਹਾਥੀ ਦਾ ਮੁਕਾਬਲਾ ਵੀ ਕਰ ਸਕਦਾ ਹੈ। ਸੋਧਿਆ ਹੋਇਆ ਪਾਰਾ ਕਲੀ 'ਤੇ ਪਾ ਦਈਏ ਤਾਂ ਫਿਰ ਉਹਦੀ ਚਾਂਦੀ ਬਣ ਜਾਂਦੀ ਹੈ, ਜੇ ਤਾਂਬੇ 'ਤੇ ਪਾ ਦਈਏ ਸੋਨਾ ਬਣ ਜਾਂਦਾ ਹੈ। ਇੰਨਾ ਕੀਮਤੀ ਬਣ ਜਾਂਦਾ ਹੈ ਸੋਧਿਆ ਹੋਇਆ। ਜਿਹੜਾ ਕੱਚਾ ਹੈ ਉਹ ਲੈ ਬੈਠਦਾ, ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਮਨ ਹੈ, ਇੱਕ ਪਾਰਾ ਹੈ ਸਾਧ ਸੰਗਤ ਜੀ, ਇਹ ਕੱਚੇ ਪਾਰੇ ਦੀ ਨਹੀਂ ਆਈਆਂ। ਮਰਿਆਦਾ ਰੂਪ ਉਂਗਲੀ ਦੇ ਹੇਠਾਂ ਨਹੀਂ ਆਉਣਾ ਚਾਹੁੰਦਾ। ਪੰਜੇ ਕਕਾਰਾਂ ਦੀ ਰਹਿ ਜੀ ਔਖੀ ਹੈ, ਆਹ ਚੀਜ਼ਾਂ ਛੱਡਣੀਆਂ ਔਖੀਆਂ ਨੇ, ਅਤੇ ਗੁਰਮਤਿ ਦੇ ਵਿੱਚ ਆ ਨੇ। ਕਈ ਲੋਕ ਤਾਂ ਇਸੇ ਬਾਰੇ ਨਹੀਂ ਅੰਮ੍ਰਿਤ ਛਕਦੇ, ਕਹਿੰਦੇ ਜੀ ਬਹੁਤ ਔਖਾ ਹੈ। ਮਰਿਆਦਾ ਰੂਪ ਉਂਗਲੀ ਦੇ ਹੇਠਾਂ ਆਉਂਦਾ ਨਹੀਂ, ਇਹ ਕੱਚਾ ਹੈ ਨਾ ਪਾਰਾ। ਅਤੇ ਇਸ ਕਰਕੇ ਮਰਿਆਦਾ ਹੇਠ ਉਂਗਲੀ ਦੇ ਹੇਠਾਂ ਨਾ ਆਉਣ ਕਰਕੇ, ਅਤੇ ਚੰਚਲ ਹੈ ਕੱਚਾ ਪਾਰਾ, ਚੰਚਲ ਬਹੁਤ ਹੋ ਜਾਂਦਾ ਹੈ। ਕਰੋਧੀਆਂ ਨਾਲ ਮਿਲ ਕੇ ਗਰਮ ਹੋ ਜਾਂਦਾ ਹੈ, ਨਰਮ ਖਿਆਲੀਆਂ ਨਾਲ ਮਿਲ ਕੇ ਠੰਡਾ ਹੋ ਜਾਂਦਾ ਹੈ। ਇਹਦਾ ਮੁੱਲ ਸਰੀਰ ਦਾ 2% ਹੈ, ਇੱਕ ਜੰਮਣਾ ਅਤੇ ਇੱਕ ਮਰਨਾ, ਇੰਨਾ ਕਿ ਮੁੱਲ ਹੈ ਇਹਦਾ। ਇਹ ਕੱਚੇ ਪਾਰੇ ਦੀ ਨਿਆਈ, ਕੱਚੇ ਮਨ ਦੀ ਜਿਹੜੀ ਸੰਗਤ ਕਰਦਾ, ਚੰਚਲ ਹੋਊਗਾ, ਵਿਸ਼ਈ ਹੋਊਗਾ, ਵਿਕਾਰੀ ਹੋਊਗਾ ਮਨ। ਅਤੇ ਇਸ ਕਰਕੇ ਜੇ ਉਹਨਾਂ ਦੀ ਸੰਗਤ ਕਰਦਾ, ਫਿਰ ਅਵਿਦਿਆ ਰੂਪੀ ਦਰਦਾਂ ਹੁੰਦੀਆਂ ਰਹਿੰਦੀਆਂ ਹਨ। ਸਤਿਗੁਰੂ ਜੀ ਰਸਾਇਣੀ ਨੂੰ ਉਹਨਾਂ ਨੇ ਸਤ ਸੰਗਤ ਰੂਪ ਹੱਥਾਂ ਦੇ ਵਿੱਚ ਆ ਜਾਵੇ, ਉਹ ਫਿਰ ਇਹਨੂੰ ਸੋਧਨ ਕਰਦੇ, ਪਵਿੱਤਰ ਕਰ ਦਿੰਦੇ ਨੇ। ਕਿਵੇਂ ਕਰਦੇ ਨੇ? ਨਿਸ਼ਚੇ ਦੇ ਕੁੰਡੇ ਵਿੱਚ ਪਾਉਂਦੇ ਆ, ਸੁਨਹਿਰੇ ਵਿੱਚ ਅਭਿਆਸ ਰੂਪੀ ਵੱਟਾ ਲੈ ਕੇ ਬਾਣੀ ਰੂਪ ਹਰੀ ਬੂਟੀ ਪਾਉਂਦੇ ਨੇ ਇਹਦੇ ਵਿੱਚ। ਫਿਰ ਪੁਨः ਅਭਿਆਸ ਕਰਨ ਰੂਪੀ ਰਗੜਦੇ ਨੇ। ਬਾਣੀ ਇੰਨੀ ਪੜ੍ਹਾਉਣੀ ਹੈ ਕਿ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹੋ। ਜਦੋਂ ਗੁਰਬਾਣੀ ਦਾ ਹੀ ਰੰਗ ਰਹਿ ਜਾਵੇ, ਪੜ੍ਹੀ ਜਾਣੀ ਉਹਨਾਂ ਚਿਰ ਬਾਣੀ। ਫਿਰ ਵਿਕਾਰਾਂ ਰੂਪੀ ਲੱਕੜਾਂ ਬਾਲ ਕੇ ਅਭਿਆਸ, ਬ੍ਰਹਮ ਅਭਿਆਸ ਰੂਪੀ ਅਗਨੀ ਦੇ ਨਾਲ ਤਪ ਰੂਪੀ ਸੇਕ ਦੇ ਕੇ ਸੰਪਟ ਕਰਦੇ ਆ। ਵਿਸ਼ਿਆਂ ਦੀ ਇੱਛਾ ਰੂਪੀ ਕੱਚਾ ਨਾ ਰਹਿ ਜਾਵੇ, ਅਤੇ ਭਾਵ ਵਿਸ਼ੇ ਮਿਟ ਜਾਣ। ਸਿਮਰਨ ਵੱਲੋਂ ਉਪਰਾਮ ਹੋਣ ਰੂਪੀ ਸੰਕਲਪ ਵਿਕਾਰ ਰੂਪੀ ਉਡਾਰੀਆਂ ਨਾ ਮਾਰੇ। ਇਹ ਮਨ ਮੇਰੋ ਧਾਵਤ ਤੇ ਛੂਟਿਓ ਕਰ ਬੈਠੋ ਵਿਸਰਾਮ। ਹੰਗਤਾ ਦੀ ਨਿਮਰਤੀ ਰੂਪ ਪੂਰਾ ਤੋਰ ਰਹੇ। ਪਾਰਾ ਸਾਰਾ ਨਾ ਮਰੇ ਗੰਧਰਕ ਤੇਲ ਨਾ ਦੇ, ਐਂ ਕਹਿੰਦੇ ਨੇ ਵੈਦ ਵੀ ਪਾਰਾ ਸਾਰਾ ਨਹੀਂ ਮਰਦਾ, ਘਟ ਜਾਂਦਾ ਜਾਂ ਤਾਂ ਵੱਜ ਜਾਂਦਾ, ਪੂਰਾ ਵੀ ਰਹੇ, ਵਜਨ ਵੀ ਪੂਰਾ। ਕੋਈ ਨਾ ਆਖੈ ਘਟ ਹੋਵੇਂ ਜਾਈਏ। ਅਤੇ ਇਸ ਪ੍ਰਕਾਰ ਫਿਰ ਇਹ ਸੋਧਿਆ ਹੋਇਆ ਮਨ ਇੰਨਾ ਕੀਮਤੀ ਬਣ ਜਾਂਦਾ ਹੈ। ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਬੱਟੀ ਲਾਏ। ਐਸੇ ਬ੍ਰਹਮ ਗਿਆਨੀ ਮਹਾਤਮਾ ਦੀ ਸੰਗਤ ਕਰ ਲਵੇ, ਜਰਨ ਸ਼ਕਤੀ ਰੂਪ ਹਜਮ ਸ਼ਕਤੀ ਇੰਨੀ ਹੋ ਜਾਂਦੀ ਹੈ, ਉਹ ਫਿਰ ਵੱਡੇ ਤੋਂ ਵੱਡੀ ਗੱਲ ਨੂੰ ਵੀ ਜਰ ਲੈਂਦਾ ਹੈ। ਜਰਨਾ ਸ਼ਕਤੀ ਵੱਧ ਜਾਂਦੀ ਉਹਦੇ 'ਚ,
ਨਹੀਂ ਤਾਂ ਨਿੱਕੀ ਜੀ ਗੱਲ ਨਹੀਂ ਖਪਦੀ, ਜਰ ਨਹੀਂ ਹੁੰਦੀ। ਕਹੋ ਨਾਨਕ ਅਜਰ ਜਿਨ ਜਰਿਆ ਤਿਸੀ ਹੀ ਕੋ ਬਨ ਆਵਤ। ਫਿਰ ਕਾਲ ਰੂਪੀ ਹਾਥੀ ਦਾ ਮੁਕਾਬਲਾ ਕਰਨ ਨੂੰ ਸਮਰੱਥ ਹੋ ਜਾਂਦਾ ਹੈ। ਕਲੀ ਦੀ ਨਿਆਈ ਉਪਾਸ਼ਕ ਜਿਹੜੇ ਨੇ ਆਪਣੇ ਇਸ਼ਟ ਦੀ, ਤਾਂਬੇ ਦੀ ਨਿਆਈ ਉੱਤਮ ਅਧਿਕਾਰੀ, ਉਹਨਾਂ ਗੁਰਮੁਖਾਂ ਦੀ ਸੰਗਤ ਕਰਨ ਲਈ ਮਨ ਨੂੰ ਜਿੱਤ ਕੇ ਉਪਾਸ਼ਕ ਜਿਹੜੇ ਨੇ ਉਹ ਆਪਣੇ ਇਸ਼ਟ ਦੇਵ ਦੀ ਪ੍ਰਾਪਤੀ ਕਰ ਲੈਂਦੇ ਨੇ। ਉੱਤਮ ਅਧਿਕਾਰੀ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨ ਲੋਕ ਸੋਹਣਾ ਹੀ ਬਣ ਜਾਂਦੇ ਨੇ। ਇਹ ਗੁਰਮੁਖ ਪਾਰੇ ਦੀ ਨਿਆਈ ਚੰਚਲ ਮਨ ਨੂੰ ਜਿੱਤ ਕੇ ਜਗ ਦੇ 'ਚ ਫਤਿਹ ਪ੍ਰਾਪਤ ਕਰ ਲੈਂਦੇ ਨੇ। ਮਨ ਜੀਤਿਆ ਜਗਜੀਤ, ਇਸ ਤਰ੍ਹਾਂ ਜਗਤ ਇਹਨੂੰ ਜਿੱਤਦੇ ਆ। ਇਹ ਜੁਗਤੀ ਹੈ ਮਹਾਰਾਜ ਨੇ ਜਿਹੜੀ ਆਪਾਂ ਨੂੰ ਅੱਜ ਦੱਸੀ ਹੈ, ਇਹਦੇ ਅਨੁਸਾਰ ਰਹੀਏ ਤਾਂ ਮਨ ਜਿੱਤਿਆ ਜਾਂਦਾ ਹੈ ਜੀ। ਆਦੇਸ਼ ਤਿਸੈ ਆਦੇਸ਼। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੇਦਾਂ ਦੇ ਉੱਤਰਕਾਂਡ ਦੇ ਵਿੱਚ ਸੰਸਕ੍ਰਿਤ 'ਚ ਆਦੇਸ਼ ਦਾ ਅਰਥ ਉਪਦੇਸ਼ ਹੈ। ਉੱਤਰਕਾਂਡ ਦੇ ਵਿੱਚ ਉਹਨਾਂ ਨੇ ਵਿਧੀ ਪੱਖ ਦੁਆਰਾ ਅਧਿਕਾਰੀ ਨੂੰ ਉਪਦੇਸ਼ ਦਿੱਤਾ ਹੈ, ਅਤੇ ਜਿਹੜਾ ਮੱਧਮ ਅਧਿਕਾਰੀ ਹੈ ਉਹਨੂੰ ਨਿਖੇਧ ਪੱਖ ਦੁਆਰਾ ਉਪਦੇਸ਼ ਦਿੱਤਾ। ਵਿਧੀ ਪੱਖ ਕੀ ਹੁੰਦਾ ਹੈ? ਤੇ ਕਹਿਣਾ ਵੀ ਆਹ ਜਿਹੜਾ ਸਿੰਘਾਸਣ 'ਤੇ ਬਿਰਾਜਮਾਨ ਹੈ ਇਹਦੇ ਆਲੇ ਦੁਆਲੇ ਤੇ ਆਹ ਵਜ਼ੀਰ ਹੱਥ ਵਿੱਚ ਪੱਖਾ ਲਈ ਖੜਾ ਹੈ, ਸਿਰ ਦੇ ਉੱਤੇ ਛਤਰ ਹੈ, ਮੂਹਰੇ ਡੰਡਿਆਂ ਵਾਲੇ ਖੜੇ ਨੇ, ਸੱਜੇ ਖੱਬੇ ਹੋਰ ਸਿਪਾਹੀ ਖੜੇ ਨੇ, ਤੇ ਇਹਦੇ ਉੱਤੇ ਵਿਧੀ ਪੱਖ ਹੈ। ਇਹਦੇ ਛਿੱਤਾ ਛਤਰ ਝੂਲਦਾ ਹੈ, ਕਲਗੀ ਲੱਗੀ ਹੋਈ ਹੈ, ਇਹ ਪਾਤਸ਼ਾਹ ਹੈ। ਤੇ ਇਸੇ ਪ੍ਰਕਾਰ ਵਾਹਿਗੁਰੂ ਨੂੰ ਕਹਿਣਾ ਉਹ ਵਿਆਪਕ ਹੈ, ਸਭ ਨੂੰ ਰੋਜੀ ਦਿੰਦਾ ਹੈ, ਅੰਤਰਜਾਮੀ ਹੈ, ਅਕਰਤ ਕਣਾਂ ਨੂੰ ਪਾਲਦਾ ਹੈ। ਇਹ ਵਿਧੀ ਪੱਖ ਦੁਆਰਾ ਉਪਦੇਸ਼ ਹੈ, ਆਦੇਸ਼ ਤਿਸੈ ਆਦੇਸ਼ ਵਾਲਾ। ਇਸ ਨੂੰ ਜਿਹਨੂੰ ਸਮਝ ਨਾ ਆਵੇ ਉਹਨੂੰ ਨਿਖੇਧ ਪੱਖ ਦੁਆਰਾ ਦਿੰਦੇ ਆ। ਉਹ ਕੀ ਹੈ? ਕਹਿੰਦੇ ਜਿਹੜਾ ਚੌਰ ਕਰਦਾ ਹੈ ਇਹ ਵੀ ਰਾਜਾ ਨਹੀਂ ਹੈ, ਜਿਹੜਾ ਹੱਥ ਜੋੜੀ ਖੜਾ ਹੈ ਇਹ ਵਜ਼ੀਰ ਹੈ, ਇਹ ਵੀ ਰਾਜਾ ਨਹੀਂ ਹੈ, ਜਿਹੜਾ ਮੱਥਾ ਟੇਕਦਾ ਇਹ ਵੀ ਨਹੀਂ ਹੈ ਰਾਜਾ, ਜਿਹੜੇ ਸਿਪਾਹੀ ਖੜੇ ਨੇ ਇਹ ਰਾਜਾ ਨਹੀਂ ਹੈ, ਇਹ ਸਿਪਾਹੀ ਨੇ। ਇਹ ਨਿਖੇਧ ਪੱਖ ਦੁਆਰਾ ਹੈ, ਉਹਨਾਂ ਦਾ ਨਿਖੇਧ ਕਰ ਕਰਕੇ ਕਹਿਣਾ। ਇਹਨੂੰ ਕਹਿੰਦੇ ਰੂਪ ਨਾ ਰੇਖ ਨਾ ਰੰਗ ਕੁਛ ਤ੍ਰੇ ਗੁਣ ਤੇ ਪ੍ਰਭ ਭਿੰਨ, ਨਾ ਰਾਗੰ ਨਾ ਰੰਗੰ ਨਾ ਰੂਪੰ ਨਾ ਰੇਖੰ। ਗੁਰੂ ਗੋਬਿੰਦ ਸਿੰਘ ਸਾਹਿਬ ਯੈ ਨ ਹੋਈ ਇਸ ਤੇ ਪਰੇ ਸਤ ਹੈ ਸੋਈ। ਇਸ ਪ੍ਰਕਾਰ ਇਹ ਨਿਖੇਧ ਪੱਖ ਦੁਆਰਾ ਅਤੇ ਵਿਧੀ ਪੱਖ ਦੁਆਰਾ ਉਪਦੇਸ਼ ਦੀ ਬਖਸ਼ਿਸ਼ ਕਰਦੇ ਆ। ਨਮਸਕਾਰ ਹੈ ਤਿਸ ਵਾਹਿਗੁਰੂ ਨਮਸਕਾਰ ਹੈ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਉਹ ਸਾਰੇ ਸੰਸਾਰ ਦਾ ਆਦ ਮੂਲ ਰੂਪ ਕਾਰਨ ਰੂਪ ਹੈ। ਤੱਤਾਂ ਕਾਲ ਮਾਇਆ ਅਗਿਆਨ ਇਹਨਾਂ ਸਾਰਿਆਂ ਦਾ ਆਦਿ ਮੁੱਢ ਰੂਪ ਹੈ। ਅਨੀਲ ਨਿਗਲਣ ਤੋਂ ਰਹਿਤ, ਜਿਵੇਂ ਅਗਿਆਨ ਆ ਉਹ ਸਾਰੇ ਗੁਣਾਂ ਨੂੰ ਸ਼ੁਭ ਗੁਣਾਂ ਨੂੰ ਨਿਗਲ ਜਾਂਦਾ ਹੈ, ਪਰ ਵਾਹਿਗੁਰੂ ਨੂੰ ਕੋਈ ਨਿਗਲਣ ਵਾਲਾ ਕੌਣ ਹੈ ਭਾਈ? ਇਹ ਤੋਂ ਰਹਿਤ ਹੈ। ਅਨਾਦ ਮੁੱਢ ਤੋਂ ਰਹਿਤ ਹੈ। ਉਹ ਵਾਹਿਗੁਰੂ ਦਾ ਮੁੱਢ ਕੋਈ ਨਹੀਂ ਹੈ, ਨਾ ਕੋਈ ਜਾਣ ਸਕਦਾ ਹੈ। ਨਾ ਤੁਸੀਂ ਬਾਪ ਨਾ ਮਾਏ ਕਿਨ ਤੂੰ ਜਾਇਆ। ਤੇਰਾ ਮਾਂ ਬਾਪ ਕੋਈ ਨਹੀਂ ਹੈ ਜਿਨ੍ਹਾਂ ਨੇ ਪੈਦਾ ਕੀਤਾ। ਉਹ ਪਰਮੇਸ਼ਰ ਆਪ ਹੀ ਸਾਰਿਆਂ ਦਾ ਮੁੱਢ ਹੈ। ਅਨ ਆਦ ਆਨ ਤੋਂ ਜੋ ਦੋ ਭਾਵ ਤੋਂ ਈਸ਼ਵਰ ਅਤੇ ਜੀਵ ਇਹਨਾਂ ਦੀ ਆਦ ਹੈ, ਉਹ ਆਪ ਅਨਾਦਿ ਹੈ। ਜੀਵ ਦੀ ਵੀ ਆਦ ਹੈ, ਈਸ਼ਵਰ ਦੀ ਜਿਹੜਾ ਦੂਸਰਾ ਸਰਗੁਣ ਸਰੂਪ ਹੈ, ਪਰ ਆਪ ਅਨਾਦ ਹੈ ਜਿਹੜਾ ਬ੍ਰਹਮ ਹੈ। ਐਸਾ ਵਿਆਪਕ ਪਰਮੇਸ਼ਰ ਵਾਹਿਗੁਰੂ ਹੈ। ਹਤ ਨਾਸ ਤੋਂ ਰਹਿਤ ਹੈ। ਅਨ ਹਤ ਨਾਸ ਅਨ ਰਹਿਤ। ਤੇ ਅਨ ਨਾਮ ਦਵੈਤ ਦਾ ਵੀ ਹੈ, ਹਤ ਨਾਮ ਨਾਸ ਦਾ ਹੈ। ਜਿਹਦੇ 'ਚ ਦਵੈਸ ਨਾਸ ਹੈ ਉਹ ਇੱਕ ਅਦਵੈਤ ਸਰੂਪ ਹੈ ਵਾਹਿਗੁਰੂ। ਜੁਗ ਜੁਗ ਏਕੋ ਵੇਸ਼। ਹੇ ਗੁਰਸਿੱਖੋ, ਜੁਗ ਦੋ ਭਾਵ। ਜੁਗ ਦਾ ਅਰਥ ਹੈ ਦੋ, ਜਿੱਥੇ ਜੁਗ ਕਹਿੰਦੇ ਦੋ ਦਾ ਮਤਲਬ ਹੈ ਜੀਵ ਤੇ ਈਸ਼ਵਰ, ਇਹ ਦੋ ਹੋ ਗਏ ਨਾ। ਜੁਗ ਦੋ ਭਾਵ ਪੁਰਖ ਤੇ ਪ੍ਰਕਿਰਤੀ, ਇੱਕ ਜੀਵ ਤੇ ਈਸ਼ਵਰ ਦੋ, ਇੱਕ ਜੁਗ ਹੋ ਗਿਆ। ਦੂਸਰਾ ਯੁੱਗ ਦਾ ਅਰਥ ਪੁਰਖ ਤੇ ਪ੍ਰਕਿਰਤੀ। ਇਹਨਾਂ ਵਿੱਚ ਇੱਕੋ ਹੀ ਅਦਵੈਤ ਬੇਸ ਸਰੂਪ ਹੈ ਉਹਦਾ। ਵਿਧੀ ਪੱਖ ਦੁਆਰਾ ਉਪਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ। ਆਸਾ ਦੀ ਵਾਰ ਦੇ ਵਿੱਚ ਮਹਾਰਾਜ ਸਾਹਿਬ ਨੇ ਕਥਨ ਕੀਤਾ ਅਨੀਲ ਅਨਾਦ ਅਨਾਹਤ। ਇਹ ਨਿਖੇਧ ਪੱਖ ਦੁਆਰਾ ਉਪਦੇਸ਼ ਹੈ, ਉਹ ਵਿਧੀ ਪੱਖ ਦੁਆਰਾ ਸੀ। ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਆਸਾ ਦੀ ਵਾਰ ਦੇ ਵਿੱਚ 10ਵੇਂ ਸ਼ਲੋਕ ਵਿੱਚ ਸਾਰਾ ਨਿਖੇਧ ਪੱਖ ਦਿਖਾਇਆ। ਕੂੜ ਰਾਜਾ, ਕੂੜ ਪਰਜਾ, ਕੂੜ ਸਭ, ਇਹ ਇਸ ਤਰ੍ਹਾਂ ਦੀਆਂ ਇਹ ਵਿਚਾਰਾਂ
ਇਹ ਪੌੜੀ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਥੋੜ੍ਹੇ ਅੱਖਰਾਂ 'ਚ ਬਹੁਤਾ ਗਿਆਨ ਬਖਸ਼ਿਆ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ 28ਵੀਂ ਪੌੜੀ ਦਾ ਹੁਣ ਮੁੱਖ ਭਾਵ, ਇਹਦਾ ਸਿਧਾਂਤ, ਇਹਦਾ ਨਿਚੋੜ ਕੀ ਸੀ, ਜਿਹੜੀ ਅੱਜ ਅਸੀਂ ਸੁਣੀ ਆ ਸਾਰਿਆਂ, ਮੇਰੇ ਕੰਨਾਂ ਨੇ ਵੀ ਸੁਣਿਆ, ਤੁਹਾਡੇ ਕੰਨਾਂ ਨੇ ਵੀ ਸੁਣਿਆ। ਵਿਚਾਰ ਤਾਂ ਮਹਾਰਾਜ ਦੀ ਹੈ, ਰਸ ਨਾ ਕਿਸੇ ਦੀ ਹੋਵੇ। ਭਾਈ ਸਾਹਿਬ ਸ਼ਬਦ ਬੋਲਦੇ ਨੇ, ਬਾਣੀ ਤਾਂ ਗੁਰੂ ਸਾਹਿਬ ਦੀ ਹੈ, ਇਹ ਉਚਾਰਨ ਕਰਕੇ ਸੁਣਾ ਰਹੇ। ਇਹ ਅਰਥ ਤਾਂ ਕਲਗੀਧਰ ਪਾਤਸ਼ਾਹ ਦੇ ਨੇ, ਦਮਦਮਾ ਸਾਹਿਬ ਬੈਠ ਕੇ ਜਾਂ ਬ੍ਰਹਮ ਗਿਆਨੀ ਤਤਵੇ ਤੇ ਮਹਾਂਪੁਰਸ਼ਾਂ ਦੇ ਅਨੁਭਵ ਦੇ ਵਿੱਚ ਰਲੇ। ਜਿਵੇਂ ਗੰਗਾ ਦੇ ਪਵਿੱਤਰ ਸੋਮੇ ਹੋਰ ਰਜਣ, ਗੰਗਾ ਆਪ ਪੂਰੀ ਪਵਿੱਤਰ ਪੈ, ਉਹਦੇ ਵਿੱਚ ਚਲੋ ਗੰਗਾ ਤੇ ਪੂਰਾ ਦਸ਼ਟਾਂਤ ਦਾ ਇੱਕ ਪੱਖੇ ਲਈਦਾ ਹੁੰਦਾ, ਗੰਗਾ ਦੇ ਵਿੱਚ ਤਾਂ ਆਲੇ ਦੁਆਲੇ ਤੇ ਗੰਦ ਵੀ ਪੈ ਰਿਹਾ, ਇਹ ਫਿਰ ਪੂਰਾ ਨਹੀਂ ਟੁਕਦਾ ਹੁੰਦਾ, ਇੱਕੋ ਪੱਖ ਲਈਦਾ ਹੁੰਦਾ। ਗੰਗਾ ਜਲ ਗੁਰੂ ਗੋਬਿੰਦ ਨਾਮ ਮਹਾਰਾਜ ਦਾ ਸਿਧਾਂਤ। ਇਸ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਜੋਗੀਆਂ ਦੇ ਨਾਲ ਚਰਚਾ ਕਰਦੇ ਹੋਏ ਜੋਗ ਦੇ ਚਿੰਨ੍ਹ ਜਿਹੜੇ ਉਹਨਾਂ ਨੇ ਭੇਟ ਕੀਤੇ ਸੀ, ਧਾਰਨ ਕਰ ਲਓ, ਸਭ ਦੇ ਪੂਜ ਹੋ ਜਾਓਗੇ। ਤਾਂ ਸਤਿਗੁਰਾਂ ਨੇ ਕਿਹਾ ਸੀ, ਸਿੱਧੋ ਤੁਹਾਡੇ ਜੋਗ ਦੇ ਚਿੰਨ੍ਹ ਕਿਸੇ ਸ਼ਾਸਤਰ 'ਚ ਨਹੀਂ ਲਿਖੇ ਹੋਏ। ਇਹ ਸੁਣੀ ਤੁਸੀਂ ਪਿੱਛੇ ਕਥਾ 'ਚ, ਤੁਹਾਡੇ ਆਪ ਹੀ ਬਣਾਏ ਹੋਏ ਨੇ। ਅਸੀਂ ਤੁਹਾਡੇ ਇਹਨਾਂ ਚਿੰਨ੍ਹਾਂ ਨੂੰ ਜਿਹੜੇ ਦੂਖਨ ਰੂਪ ਨੇ, ਉਹਨਾਂ ਨੂੰ ਭੂਖਨ ਰੂਪ ਕਥਨ ਕਰਦੇ ਹਾਂ। ਉਹਨਾਂ ਦਾ ਨਾਂ ਲੈ ਲੈ ਕੇ, ਜਿਵੇਂ ਤੁਸੀਂ ਕੰਨ ਪਾੜੇ ਹੈ, ਪਰਮਾਤਮਾ ਨਹੀਂ ਮਿਲਦਾ ਇਸ ਤਰ੍ਹਾਂ। ਪਰਮਾਤਮਾ ਮਿਲਦਾ ਸੰਤੋਖ ਦੀਆਂ ਮੁੰਦਰਾਂ, ਮਨ ਰੂਪੀ ਜੋਗੀ ਸੰਕਲਪ ਵਿਕਲਪ ਰੂਪੀ ਕੰਨਾਂ 'ਚ ਵਿਚਾਰ ਦੀ ਛੁਰੀ ਨਾਲ ਚੀਰ ਕੇ ਉਹਦੇ ਵਿੱਚ ਇਸ ਪ੍ਰਕਾਰ ਦੇ ਸ਼ੁਭ ਗੁਣ। ਅਸਲੀ ਯੋਗ ਤਾਂ ਇਹ ਕਹੀਦਾ, ਵਿਚਾਰ ਰੂਪੀ ਪਾਤਰ ਹੈ ਸਾਡੇ ਕੋਲ ਭਾਂਡਾ, ਜੁਗਤੀ ਰੂਪ ਡੰਡਾ ਹੈ, ਸ਼ਰਧਾ ਰੂਪੀ ਝੋਲੀ ਹੈ, ਇਹਦੇ ਨਾਲ ਪ੍ਰਾਪਤ ਹੁੰਦਾ। ਜਾਂ ਫਿਰ ਸੰਤੋਖ ਦੀਆਂ ਮੁੰਦਰਾਂ, ਧਰਮ ਲੱਜਿਆ ਦਾ ਪਾਤਰ, ਧਿਆਨ ਦੀ ਵਿਭੂਤੀ, ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਇਹ ਚਿੰਨ੍ਹ ਜੋ ਯੋਗ ਦੇ ਧਾਰਨ ਯੋਗ ਨੇ, ਜਿਹੜੇ ਤੁਹਾਨੂੰ ਤੁਸੀਂ ਦੱਸਿਆ, ਇਹਨਾਂ ਦੇ ਧਾਰਨ ਕਰ ਕਰਕੇ ਯੋਗੀ ਬਣਿਆ ਜਾਂਦਾ ਹੈ। ਕਾਲ ਤੋਂ ਬੁੱਧੀ ਨੂੰ, ਕਾਇਆ ਨੂੰ ਕੁਆਰੀ ਰੱਖਣਾ, ਇਹੋ ਖਫਣੀ ਹੈ। ਗੁਰਾਂ ਦੀ ਜੁਗਤੀ ਤੇ ਜਿਹੜਾ ਭਰੋਸਾ ਕਰਨਾ ਹੈ, ਇਹ ਡੰਡਾ ਹੈ। ਜਿਹੜੀ ਸਾਰੇ ਪਰਮੇਸ਼ਰ ਦੀ ਜੋਤ ਸਮਝਣੀ ਹੈ, ਇਹ ਆਈ ਪੰਥ ਹੈ ਸਾਡਾ, ਅਸੀਂ ਇਹਦੇ ਪੰਥੀ ਹਾਂ। ਜਿਹੜਾ ਸਾਰਿਆਂ 'ਚ ਪਰਮੇਸ਼ਰ ਦੀ ਜੋਤ ਸਮਝਣੀ ਆ, ਜਾਂ ਇਹ ਪੰਥ ਜਾਂ ਪੰਥੀ ਹੋਣਾ, ਜਿਹੜਾ ਸਾਰਿਆਂ ਵਿੱਚ ਪਰਮੇਸ਼ਰ ਦੀ ਜੋਤ ਸਮਝਿਆ ਉਪਦੇਸ਼ ਦੇਣਾ, ਇਹ ਸਾਡੀ ਜਮਾਤ ਹੈ। ਮਨ ਦੇ ਯਤਨ ਕਰਕੇ ਜਗਤ ਨੂੰ ਜਿੱਤ ਲਈਦਾ। ਜਿਹੜਾ ਜਗਤ ਨੂੰ ਜਿੱਤਣਾ ਫਿਰਦਾ, ਮਨ ਨੂੰ ਜਿੱਤਿਆ ਨਹੀਂ, ਫਿਰ ਉਹ ਕਾਹਦਾ ਜੋਗੀ ਹੈ? ਉਹ ਆਖਰ ਨੂੰ ਹਾਰਦਾ ਹੀ ਹੈ। ਉਸ ਨਿਰੰਕਾਰ ਨੂੰ ਨਮਸਕਾਰ ਹੈ, ਜੋ ਸਾਰਿਆਂ ਦਾ ਮੁੱਢ ਰੂਪ ਹੈ, ਕਲੰਕਾਂ ਤੋਂ ਰਹਿਤ ਹੈ, ਆਦਿ ਤੋਂ ਰਹਿਤ ਹੈ, ਸੁਤੇ ਅਨਾਦਿ ਹੈ, ਨਾਸ ਤੋਂ ਰਹਿਤ ਹੈ। ਜੁਗਾਂ ਜੁਗਾਂ ਵਿੱਚ ਅਨੇਕ ਰੂਪ ਧਾਰਨ ਕਰਕੇ ਵੀ ਫਿਰ ਇੱਕੋ ਰੂਪ ਹੈ। ਉਸ ਦੇ ਤਾਂ ਹੀ ਸਾਡੀ ਨਮਸਕਾਰ ਹੈ। ਏਕ ਹੈ, ਅਨੇਕ ਹੈ, ਫਿਰ ਏਕ ਹੈ। ਇਸ ਪੌੜੀ ਦੇ ਵਿੱਚ 87 ਅੱਖਰ ਰੱਖੇ ਮਹਾਰਾਜ ਨੇ, ਬ੍ਰਹਮ ਗਿਆਨ ਵੱਡਾ ਬਖਸ਼ੇ ਕੀਤਾ ਹੈ। ਸੋ ਆਓ ਹੁਣ ਇੱਥੇ ਸਮਾਪਤੀ ਹੈ, ਸਮਾਂ ਸਮਾਪਤੀ ਦੇ ਨੇੜੇ ਪਹੁੰਚ ਗਿਆ ਹੈ। ਗੁਰੂ ਕਿਰਪਾ ਕਰੇ, ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਮਾਫੀ ਦੇਣ ਸਾਰਿਆਂ ਨੂੰ। ਗਾਵਿਆ ਸੁਣਿਆ ਸਭ ਦਾ ਥਾਂ ਪੈ ਜਾਵੇ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਈਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।